ਗੁਲਾਮੀ ਗਲੋਂ ਲਾਉਣੀ ਹੈ, ਪਹਿਲਾਂ ਆਨੰਦਪੁਰ ਘਰੇ ਵੜ ਜਾਓ ਤੇ ਫਿਰ ਮੋਟਰਸਾਈਕਲ ਇੱਕ ਪਿੰਡ ਵਿੱਚ ਇੱਕ ਤੇ 3 ਸਵਾਰ ਤੇ 3 ਰਿਵਾਲਵਰ ਨਵੇਂ ਲਓ। ਜਿਹੜਾ ਦਾ ਕੇਸ ਮੇਰੇ ਤੇ ਬਣੂ, ਮੇਰੀ ਛਿੱਲ ਲਵੇ, ਬੰਦ ਕੱਟਿਆ ਜਾਵੇ, ਸਾਰਿਆ ਜਾਵਾ, ਮੈਂ ਚੱਲੂਗਾ। ਭਾਗ ਦੂਜਾ। ਮਰਦੇ ਮੁਜਾਹਿਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ। ਕੱਲ ਅਸੀਂ ਜਿਹੜੀਆਂ ਗੱਲਾਂ ਕਰ ਰਹੇ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਬਾਰੇ, ਉਹਦੇ 'ਚ ਅਸੀਂ ਗੱਲ ਕੀਤੀ ਕਿ ਕਿਵੇਂ ਹਾਲਾਤ ਜਿਹੜੇ ਸਨ 1978 ਦੇ ਵਿੱਚ ਉਹ ਕਿਸ ਤਰ੍ਹਾਂ ਕਰਵਟ ਲੈਂਦੇ ਨੇ, ਕਿਸ ਤਰ੍ਹਾਂ ਸੰਤਾਂ ਦਾ ਅਸਲ ਦੇ ਵਿੱਚ ਪੰਜਾਬ ਦੇ ਧਾਰਮਿਕ ਅਤੇ ਰਾਜਨੀਤਿਕ ਮਾਹੌਲ ਦੇ ਵਿੱਚ ਜਨਮ ਹੁੰਦਾ ਹੈ। ਗੱਲ ਸੰਤਾਂ ਦੇ ਜਨਮ ਦੀ ਹੈ। ਇੱਕ ਜਨਮ ਹੁੰਦਾ ਹੈ 1947 ਦੇ ਵਿੱਚ ਜਦੋਂ ਉਹ ਸਰੀਰਕ ਤੌਰ ਤੇ ਜਨਮ ਲੈਂਦੇ ਨੇ, ਤੇ ਇੱਕ ਜਨਮ ਹੁੰਦਾ 1978 ਦੇ ਵਿੱਚ ਜਦੋਂ ਉਹ ਜ਼ਾਹਰਾ ਤੌਰ ਦੇ ਉੱਤੇ ਇੱਕ ਸਿੱਖਾਂ ਦੇ ਨੇਤਾ ਵਜੋਂ, ਇੱਕ ਲੀਡਰ ਵਜੋਂ ਤੇ ਇੱਕ ਮਰਦੇ ਮੁਜਾਹਿਦ ਵਜੋਂ ਸਾਡੇ ਸਾਹਮਣੇ ਆਉਂਦੇ ਨੇ। 22 ਅਪ੍ਰੈਲ 1978 ਨੂੰ ਪੰਜਾਬ 'ਚ ਥਾਂ-ਥਾਂ ਤੇ ਦੁਨੀਆ ਭਰ ਦੇ ਵੱਡੇ-ਵੱਡੇ ਸ਼ਹਿਰਾਂ 'ਚ ਵਿਸਾਖੀ ਦੇ ਸ਼ਹੀਦਾਂ ਦੇ ਸੰਬੰਧੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ 22 ਅਪ੍ਰੈਲ 1978 ਨੂੰ। ਜਿਹੜਾ ਸਭ ਤੋਂ ਵੱਡਾ ਸਮਾਗਮ ਸੀ ਉਹ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ 'ਚ ਕੀਤਾ ਗਿਆ, ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਸ਼ਾਮਲ ਹੋਈਆਂ। ਇਸ ਇਕੱਠ 'ਚ ਪੰਥਕ ਲੀਡਰਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਤੇ ਸੰਤ ਜਰਨੈਲ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੁਝ ਗੱਲਾਂ ਕਹੀਆਂ। ਉੱਥੇ ਕਹਿਣ ਨੂੰ ਆਪਾਂ ਕਹਿ ਦਿੰਦੇ ਕਿ ਉੱਥੇ ਭਾਸ਼ਣ ਦਿੱਤਾ। ਕੁਝ ਖਰੀਆਂ ਗੱਲਾਂ ਸਪਸ਼ਟ ਸੰਤਾਂ ਨੇ ਉੱਥੇ ਕਹੀਆਂ ਸਟੇਜ ਤੋਂ 22 ਅਪ੍ਰੈਲ 1978 ਨੂੰ। ਉਹਨਾਂ ਨੇ ਕਿਹਾ ਕਿ ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਹਾਲ ਕਰਾਉਣ ਦੇ ਲਈ 13 ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਨੇ। ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਇਸ ਬਾਰੇ ਪ੍ਰੋਗਰਾਮ ਉਲੀਕਣਗੇ। ਅਸੀਂ ਉਸ ਨੂੰ ਵੇਖਾਂਗੇ, ਘੋਖਾਂਗੇ ਤੇ ਕੋਈ ਕਦਮ ਕਾਹਲੀ ਵਿੱਚ ਨਹੀਂ ਚੁੱਕਾਂਗੇ। ਨਕਲੀ ਨਿਰੰਕਾਰੀ ਆਗੂ ਨੇ ਵਿਸਾਖੀ ਵਾਲੇ ਦਿਨ 7 ਸਿਤਾਰੇ ਸਾਜਣ ਦਾ ਐਲਾਨ ਕੀਤਾ ਸੀ। ਇਹ ਸ਼ਹੀਦ ਨਿਰੰਕਾਰੀਆਂ ਨੂੰ ਸਮਝਾਉਣ ਵਾਸਤੇ ਗਏ ਸਨ, ਉਹਨਾਂ ਨਾਲ ਲੜਨ ਵਾਸਤੇ ਨਹੀਂ। ਉਹਨਾਂ ਦੀ ਕੋਈ ਵੀ ਗੋਲੀ ਉਸ ਵੇਲੇ ਹੋਏ ਇਕੱਠ ਤੇ ਕਿਸੇ ਬੰਦੇ ਨੂੰ ਨਹੀਂ ਲੱਗੀ ਤੇ ਜਥੇ ਵਿੱਚ ਕੇਵਲ 150 ਸਿੰਘ ਸਨ, ਉਹਨਾਂ ਕੋਲ ਕੋਈ ਹਥਿਆਰ ਵੀ ਨਹੀਂ ਸਨ। ਸਾਡੀ ਇਹ ਪ੍ਰਤੀਗਿਆ ਹੈ ਕਿ ਅਸੀਂ ਸ਼ਹੀਦਾਂ ਦਾ ਖੂਨ ਅਜਾਈਂ ਨਹੀਂ ਜਾਣ ਦਿਆਂਗੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹਰਗਿਜ਼ ਨਹੀਂ ਸਹਾਰਾਂਗੇ। ਅਸੀਂ ਸਰਦਾਰ ਬਾਦਲ ਅਤੇ ਸਰਦਾਰ ਟੌੜਾ ਤੇ ਹੋਰ ਅਕਾਲੀ ਲੀਡਰਾਂ ਨਾਲ ਵਿਚਾਰਾਂ ਕੀਤੀਆਂ ਹਨ। ਅਸੀਂ ਉਹਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਕਾਹਲੀ ਵਿੱਚ ਕੋਈ ਕਦਮ ਨਹੀਂ ਚੁੱਕਾਂਗੇ, ਪਰ ਇਸ ਦੇ ਨਾਲ ਹੀ ਅਸੀਂ ਉਹਨਾਂ ਨੂੰ ਇਹ ਵੀ ਕਹਿ ਦਿੱਤਾ ਹੈ ਕਿ ਸਮਾਂ ਐਵੇਂ ਨਾ ਲੰਘ ਜਾਏ। ਅਸੀਂ ਮੰਗ ਕਰਦੇ ਹਾਂ ਕਿ ਪਖੰਡੀ ਨਿਰੰਕਾਰੀ ਮਿਸ਼ਨ ਤੇ ਪਾਬੰਦੀ ਲਾਈ ਜਾਵੇ, ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਤੇ ਉਹਨਾਂ ਦਾ ਸਾਥ ਦੇਣ ਵਾਲੇ ਬੰਦਿਆਂ ਨੂੰ ਵੀ ਮਾਫ ਨਾ ਕੀਤਾ ਜਾਏ। ਮੈਨੂੰ ਆਸ ਹੈ ਕਿ ਸੰਗਤਾਂ ਪੰਜਾਬ ਸਰਕਾਰ ਵੱਲੋਂ ਦਿਵਾਏ ਗਏ ਭਰੋਸੇ ਤੇ ਯਕੀਨ ਕਰਨਗੀਆਂ। ਫਿਰ ਵੀ ਮੈਂ ਚੇਤਾਵਨੀ ਦਿੰਦਾ ਕਿ ਜੇ ਸਰਕਾਰ ਨੇ ਸਮਾਂ ਲੈ ਕੇ ਵੀ ਕੁਝ ਨਾ ਕੀਤਾ ਤਾਂ ਅਸੀਂ ਸੰਗਤਾਂ ਤੇ ਕਾਬੂ ਨਹੀਂ ਪਾ ਸਕਾਂਗੇ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਸ ਦਿਨ ਤੋਂ ਇਹ ਸਾਕਾ ਹੋਇਆ ਹੈ, ਮੈਂ ਆਪਣੇ ਆਪ ਨੂੰ ਮਰਿਆ ਸਮਝਦਾ ਹਾਂ, ਜਿਉਂਦਾ ਨਹੀਂ। ਸਿੱਖ ਨਿਰੰਕਾਰੀ ਮਸਲੇ ਬਾਰੇ ਸਾਰੀਆਂ ਸੰਗਤਾਂ ਤੇ ਸਿੱਖ ਸੰਪਰਦਾਵਾਂ ਇਕੱਠੀਆਂ ਹਨ। ਸਾਨੂੰ ਆਸ ਹੈ ਕਿ ਸਰਕਾਰ ਤੇ ਅਕਾਲੀ ਦਲ ਸਾਨੂੰ ਨਿਆਂ ਦਿਵਾਉਣਗੇ, ਪਰ ਜੇਕਰ ਇਨਸਾਫ ਨਾ ਮਿਲਿਆ ਤਾਂ ਅਸੀਂ ਕੁਫਰ ਦੇ ਵਿਰੁੱਧ ਜਹਾਦ ਸ਼ੁਰੂ ਕਰ ਦਿਆਂਗੇ ਤੇ ਪਹਿਲੀ ਸ਼ਹੀਦੀ ਮੈਂ ਆਪ ਦਿਆਂਗਾ। ਸੋ ਇਹ ਗੱਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਨੇ 22 ਅਪ੍ਰੈਲ 1978 ਨੂੰ ਦੀਵਾਨ ਹਾਲ ਮੰਜੀ ਸਾਹਿਬ ਅੰਮ੍ਰਿਤਸਰ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਏ ਕਹੀ, ਜਿੱਥੇ ਸੀਨੀਅਰ ਅਕਾਲੀ ਲੀਡਰ ਵੀ ਮੌਜੂਦ ਸਨ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦਾ ਉੱਥੇ ਇਕੱਠ ਸੀ।
ਤੇ ਇਹ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਦਿੱਲੀ ਅਕਾਲੀ ਦਲ ਨੇ 14 ਮਈ 1978 ਨੂੰ ਨਿਰੰਕਾਰੀਆਂ ਦੇ ਵਿਰੁੱਧ ਦਿੱਲੀ 'ਚ ਬਹੁਤ ਵੱਡਾ ਮੌਨ ਜਲੂਸ ਕੱਢਣ ਦਾ ਸੱਦਾ ਦਿੱਤਾ। ਇਸ ਜਲੂਸ ਨੂੰ ਸਫਲ ਬਣਾਉਣ ਲਈ ਭਿੰਡਰਾਂ ਵਾਲੇ ਸੰਤਾਂ ਨੇ ਵੀ ਜ਼ੋਰ-ਸ਼ੋਰ ਨਾਲ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਤੇ ਹੁਮਾ ਕੇ ਦਿੱਲੀ ਚੱਲੋ ਦਾ ਸੁਨੇਹਾ ਘਰ ਘਰ ਤੱਕ ਪਹੁੰਚਾਉਣ ਲਈ ਸੰਤ ਜਰਨੈਲ ਸਿੰਘ ਜੀ ਨੇ 11 ਮਈ 1978 ਨੂੰ ਸਿੱਖ ਸੰਗਤਾਂ ਦੇ ਨਾਮ ਇੱਕ ਆਪਣੇ ਦਸਖਤਾਂ ਦੇ ਹੇਠ ਅਪੀਲ ਜਾਰੀ ਕੀਤੀ। ਉਹ ਅਪੀਲ ਕੀ ਸੀ? ਉਹ ਅਪੀਲ ਦੇ ਸ਼ਬਦ ਇਸ ਤਰ੍ਹਾਂ ਨੇ, ਮੈਂ ਪੜ੍ਹ ਕੇ ਸੁਣਾਉਣਾ ਤੁਹਾਨੂੰ ਸਾਰਿਆਂ ਨੂੰ। ਸੰਗਤਾਂ ਪਾਸ ਮੇਰੀ ਬੇਨਤੀ ਹੈ ਕਿ ਦਿੱਲੀ 'ਚ 14 ਮਈ ਨੂੰ ਨਿਕਲ ਰਹੇ ਚੁੱਪ ਜਲੂਸ ਵਿੱਚ ਹੁਮਾ ਕੇ ਸ਼ਾਮਲ ਹੋਣ। ਹਰ ਪਿੰਡ ਤੋਂ ਘੱਟੋ ਘੱਟ ਇੱਕ ਟਰੱਕ ਜਾਂ ਬੱਸ ਜ਼ਰੂਰ ਜਾਣੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਾਇਮ ਰੱਖਣ ਲਈ ਸਿੰਘਾਂ ਨੇ ਜੋ ਸ਼ਹੀਦੀਆਂ ਦਿੱਤੀਆਂ ਹਨ, ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਿੰਘ ਤੇ ਸਿੰਘਣੀਆਂ 14 ਮਈ ਨੂੰ ਦਿੱਲੀ ਪੁੱਜਣ ਤਾਂ ਜੋ ਦੁਨੀਆ ਨੂੰ ਦੱਸਿਆ ਜਾ ਸਕੇ ਕਿ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਾਇਮ ਰੱਖਣ ਲਈ ਪੰਥ ਇੱਕ ਮੁੱਠ ਹੈ। ਗੁਰੂ ਪੰਥ ਦਾ ਦਾਸ ਜਰਨੈਲ ਸਿੰਘ ਖਾਲਸਾ। ਇਹ ਅਪੀਲ ਕੀਤੀ ਉਹਨਾਂ ਨੇ। 14 ਮਈ 1978 ਨੂੰ ਦਿੱਲੀ 'ਚ ਸਿੱਖਾਂ ਦੇ ਰੋਸ ਦਾ ਹੜ੍ਹ ਵਗਿਆ। ਉੱਥੇ ਕੋਈ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਬਹੁਤ ਵੱਡੀ ਗਿਣਤੀ 'ਚ। ਇਹ ਜਿਹੜਾ ਰੋਸ ਅੰਮ੍ਰਿਤਸਰ ਦੇ ਖੂਨੀ ਸਾਕੇ ਬਾਰੇ ਪ੍ਰਗਟ ਕੀਤਾ ਜਾ ਰਿਹਾ ਸੀ, ਇਹ ਰੋਸ ਇੱਕ ਖਾਮੋਸ਼ ਜਲੂਸ ਦੀ ਸ਼ਕਲ 'ਚ ਸੀ ਜਿਸ 'ਚ 5 ਲੱਖ ਤੋਂ ਵੱਧ ਸਿੱਖ ਸੰਗਤਾਂ ਸ਼ਾਮਲ ਹੋਈਆਂ। ਇਹ ਬੇਮਿਸਾਲ ਸ਼ਾਂਤਮਈ ਜਲੂਸ ਉਸ ਵੇਲੇ ਦੇ ਹਾਕਮ ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਨੂੰ ਯਾਦ ਪੱਤਰ ਦੇਣ ਲਈ ਉਸ ਦੀ ਕੋਠੀ ਪਹੁੰਚਿਆ, ਪਰ ਸਿੰਘਾਂ ਦੇ ਖਾਮੋਸ਼ ਤੂਫਾਨ ਤੋਂ ਸਹਿਮ ਕੇ ਉਹ ਗਾਇਬ ਹੋ ਗਿਆ, ਭੱਜ ਗਿਆ, ਪਤਾ ਨਹੀਂ ਕਿੱਥੇ ਲੁਕ ਗਿਆ। ਜਲੂਸ ਦੇ ਪ੍ਰਬੰਧਕਾਂ ਨੇ, ਜਿਨ੍ਹਾਂ 'ਚ ਸੰਤ ਜਰਨੈਲ ਸਿੰਘ ਤੇ ਜਥੇਦਾਰ ਸੰਤੋਖ ਸਿੰਘ ਮੋਰੀ ਸਨ, ਤਾਂ ਜਲੂਸ ਦਾ ਮੂੰਹ ਰਾਸ਼ਟਰਪਤੀ ਭਵਨ ਵੱਲ ਮੋੜ ਲਿਆ। ਰਸਤੇ 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੋਠੀਓਂ ਬਾਹਰ ਆ ਕੇ ਜਲੂਸ ਦੇ ਪ੍ਰਬੰਧਕਾਂ ਦਾ ਸਵਾਗਤ ਕੀਤਾ ਤੇ ਇਹ ਤੋਂ ਪਿੱਛੋਂ ਜਲੂਸ ਦੇ ਮੁਖੀਆਂ ਨੇ ਰਾਸ਼ਟਰਪਤੀ ਭਵਨ ਪਹੁੰਚ ਕੇ ਰਾਸ਼ਟਰਪਤੀ ਨੂੰ ਮੈਮੋਰੰਡਮ ਦਿੱਤਾ। ਫਿਰ ਇਹ ਜਲੂਸ ਗੁਰਦੁਆਰਾ ਰਕਾਬਗੰਜ ਜਾ ਕੇ ਇੱਕ ਬਹੁਤ ਵੱਡੇ ਪੰਥਕ ਇਕੱਠ ਦੀ ਸ਼ਕਲ 'ਚ ਬਦਲ ਗਿਆ। ਇਸ ਇਕੱਠ 'ਚ ਬੋਲਦਿਆਂ ਸੰਤ ਭਿੰਡਰਾਂ ਵਾਲਿਆਂ ਨੇ ਕਿਹਾ ਕਿ ਸਿੱਖੀ ਦਾ ਜਿਹੜਾ ਅਪਮਾਨ ਕੀਤਾ ਗਿਆ ਹੈ ਉਸ ਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਅਕਾਲੀ ਸਰਕਾਰ ਦੀ ਕਾਰਗੁਜ਼ਾਰੀ ਤੇ ਟਿੱਪਣੀ ਕਰਦਿਆਂ ਹੋਇਆਂ ਸੰਤ ਭਿੰਡਰਾਂ ਵਾਲਿਆਂ ਨੇ ਫਰਮਾਇਆ ਕਿ ਮੁੱਖ ਮੰਤਰੀ ਬਾਦਲ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਦੋਸ਼ੀ ਨਿਰੰਕਾਰੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਏਗੀ, ਪਰ ਹਾਲੇ ਤੱਕ ਅਸੀਂ ਸੰਤੁਸ਼ਟ ਨਹੀਂ ਹੋਏ। ਸੋ ਇਸੇ ਤਰ੍ਹਾਂ 17 ਅਪ੍ਰੈਲ 1978 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਜੀ ਸਾਹਿਬ ਦੀਵਾਨ ਹਾਲ 'ਚ ਸਿੱਖ ਵਿਦਵਾਨਾਂ ਦੀ ਇੱਕ ਕਨਵੈਨਸ਼ਨ ਬੁਲਾਈ ਸੀ। ਇਸ ਕਨਵੈਨਸ਼ਨ 'ਚ ਸਿੱਖਾਂ ਦੀਆਂ ਸਾਰੀਆਂ ਜਿਹੜੀਆਂ ਜਥੇਬੰਦੀਆਂ ਤੇ ਵਿਚਾਰਾਂ ਦੇ ਜਿਹੜੇ ਮੁਖੀ ਸ਼ਾਮਲ ਹੋਏ। ਸਮੂਹ ਸਿੱਖ ਸੰਗਤ ਦੇ ਇਸ ਪ੍ਰਤੀਨਿਧ ਇਕੱਠ 'ਚ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ 10 ਜੂਨ 1978 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਦੇ ਮੌਕੇ ਤੇ ਸਿੱਖਾਂ ਨਿਰੰਕਾਰੀਆਂ ਦੇ ਸਬੰਧਾਂ ਬਾਰੇ ਇੱਕ ਹੁਕਮਨਾਮਾ ਜਾਰੀ ਕੀਤਾ ਜਾਵੇ। ਫੈਸਲਾ ਕੀਤਾ ਗਿਆ ਕਿ ਇਹ ਹੁਕਮਨਾਮਾ ਜਿਸ ਵੇਲੇ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਵੇ, ਐਨ ਉਸੇ ਵੇਲੇ ਦੂਜੇ ਤਖਤ ਸਾਹਿਬਾਨ ਦੇ ਜਥੇਦਾਰ ਵੀ ਇਸ ਦੀ ਇੱਕ ਕਾਪੀ ਜਾਰੀ ਕਰਨ। ਇਹ ਫੈਸਲਾ ਵੀ ਹੋਇਆ ਕਿ ਹੁਕਮਨਾਮੇ ਦੀਆਂ ਕਾਪੀਆਂ 10 ਜੂਨ ਤੋਂ ਪਹਿਲਾਂ ਦੁਨੀਆ ਭਰ ਦੇ ਵਿੱਚ ਜਿੰਨੇ ਵੀ ਸਿੱਖ ਗੁਰਦੁਆਰੇ ਨੇ ਉਹਨਾਂ ਨੂੰ ਪਹੁੰਚਾ ਦਿੱਤੀਆਂ ਜਾਣ, ਤਾਂ ਜੋ ਇੱਕੋ ਸਮੇਂ ਸ਼ਹੀਦੀ ਗੁਰਪੁਰਬ ਮਨਾ ਰਹੀਆਂ ਸਿੱਖ ਸੰਗਤਾਂ 'ਚ ਪੜ੍ਹ ਕੇ ਸੁਣਾਈਆਂ ਜਾ ਸਕਣ ਇਹ ਜਿਹੜੀਆਂ ਕਾਪੀਆਂ ਨੇ ਹੁਕਮਨਾਮੇ ਦੀਆਂ। ਸਿੱਖ ਸੰਗਤਾਂ ਤੇ ਵਿਚਾਰਵਾਨਾਂ ਦੇ ਇਸ ਸੰਮੇਲਨ 'ਚ ਹੁਕਮਨਾਮੇ ਦਾ ਖਰੜਾ ਤਿਆਰ ਕਰਨ ਲਈ ਇੱਕ 7 ਮੈਂਬਰੀ ਕਮੇਟੀ ਕਾਇਮ ਕੀਤੀ ਗਈ। ਇਹਦੇ ਮੈਂਬਰ ਸਨ ਕਮੇਟੀ ਦੇ ਸਿੰਘ ਸਾਹਿਬ ਜਥੇਦਾਰ ਸਾਧੂ ਸਿੰਘ ਭੌਰਾ, ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਪ੍ਰਤਾਪ ਸਿੰਘ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ, ਸਰਦਾਰ ਕਪੂਰ ਸਿੰਘ ICS ਨੈਸ਼ਨਲ ਪ੍ਰੋਫੈਸਰ ਆਫ ਸਿੱਖੀਜ਼ਮ, ਗਿਆਨੀ ਲਾਲ ਸਿੰਘ ਜੀ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਪ੍ਰਿੰਸੀਪਲ ਸਤਬੀਰ ਸਿੰਘ, ਗਿਆਨੀ ਗੁਰਦਿੱਤ ਸਿੰਘ ਤੇ ਪ੍ਰੋਫੈਸਰ ਪ੍ਰਕਾਸ਼ ਸਿੰਘ। ਇਹਨਾਂ ਸਾਰੇ ਆਗੂਆਂ ਨੂੰ ਇਸ ਕਮੇਟੀ 'ਚ ਸ਼ਾਮਲ ਹੋ ਗਿਆ ਜਿਨ੍ਹਾਂ ਨੇ ਇਹ ਇਬਾਰਤ ਤਿਆਰ ਕਰਨੀ ਸੀ, ਹੁਕਮਨਾਮੇ ਦਾ ਖਰੜਾ ਤਿਆਰ ਕਰਨਾ ਸੀ। ਸੋ ਸੰਮੇਲਨ 'ਚ ਅਕਾਲੀ ਲੀਡਰਾਂ, ਸਿੱਖ ਵਿਦਵਾਨਾਂ ਤੇ ਅੱਡ-ਅੱਡ ਸਿੱਖ ਜਿਹੜੀਆਂ ਜਥੇਬੰਦੀਆਂ ਦੇ ਮੁਖੀਆਂ ਨੇ ਵਿਚਾਰ ਪੇਸ਼ ਕੀਤੇ।
ਭਿੰਡਰਾਂਵਾਲੇ ਜਥੇ ਵੱਲੋਂ ਨਿਰੰਕਾਰੀ ਦੰਭੀਆਂ ਤੇ ਪਖੰਡੀਆਂ ਦਾ ਕੱਚਾ ਚਿੱਠਾ ਸੰਤ ਜਰਨੈਲ ਸਿੰਘ ਨੇ ਬਿਆਨ ਕਰ ਹੀ ਦਿੱਤਾ ਸੀ। ਮਰਦੇ ਮੁਜਾਹਿਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ। ਸੋ ਦੂਜੇ ਧਰਮਾਂ ਦੇ ਲੋਕ ਸਿੱਖਾਂ ਤੇ ਨਿਰੰਕਾਰੀਆਂ 'ਚ ਚੱਲ ਪਏ ਖੂਨੀ ਟਕਰਾਅ ਦੇਖ ਕੇ ਹੈਰਾਨ ਹੋਏ ਕਿ ਇਹਨਾਂ 'ਚ ਝਗੜੇ ਦਾ ਅਸਲ ਕਾਰਨ ਹੈ ਕੀ ਹੈ। ਹਿੰਦੂ ਧਰਮ ਵਾਲੇ ਤਾਂ ਖੁਸ਼ ਹੋਏ, ਬਹੁਤ ਖੁਸ਼ ਹੋਏ, ਕਿਉਂਕਿ ਕਰਵਾਇਆ ਹੀ ਉਹਨਾਂ ਨੇ ਸੀ। RSS ਤੇ ਜਿਹੜਾ ਉਸ ਵੇਲੇ ਦਾ ਪ੍ਰਧਾਨ ਮੰਤਰੀ ਸੀ, ਉਹਦੀ ਵੀ ਸ਼ਹਿ ਸੀ ਨਕਲੀ ਨਿਰੰਕਾਰੀ ਨੂੰ। ਤੇ ਹਰ ਖਿਆਲ ਦੇ ਸਿੱਖ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਨਿਰੰਕਾਰੀ ਮੰਡਲੀ ਦੇ ਇੱਕ ਤਰ੍ਹਾਂ ਦੇ ਵਿਰੋਧ ਦੇ ਵਿੱਚ ਖੜੇ ਹੋ ਗਏ। ਪੰਥ ਇੱਥੇ ਇਕੱਠਾ ਹੋਇਆ ਦੇਖਿਆ ਗਿਆ। ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਸਿੱਖ ਪੰਥ ਪਹਿਲੀ ਵਾਰ ਇੱਕ ਏਜੰਡੇ ਦੇ ਉੱਤੇ ਇਕੱਠਾ ਹੋ ਗਿਆ। ਇਹ ਸਭ ਤੋਂ ਜ਼ਿਆਦਾ ਵੱਡੀ ਹੈਰਾਨ ਕਰਨ ਵਾਲੀ ਗੱਲ ਸੀ। ਕੇਂਦਰੀ ਖੁਫੀਆ ਏਜੰਸੀਆਂ, RSS ਤੇ ਹਿੰਦੂ ਟੋਲਾ, ਜਿੰਨਾ ਵੀ ਹਿੰਦੂ ਹੁਕਮਰਾਨ ਸੀ, ਚਾਹੇ ਉਹ ਗੱਦੀ ਤੇ ਬੈਠਾ ਸੀ, ਚਾਹੇ ਉਹ ਇੰਦਰਾ ਗਾਂਧੀ ਗੱਦੀ ਤੇ ਨਹੀਂ ਬੈਠੀ ਹੋਈ ਸੀ, ਪਰ ਇਹ ਇਹਨਾਂ ਦੇ ਕੰਨ ਤੇ ਉਸ ਵੇਲੇ ਇਹ ਗੱਲ ਖਬਰ ਹੁੰਦੀ ਹੈ ਇਹਨਾਂ ਨੂੰ ਕਿ ਜੇਕਰ ਸਿੱਖ ਇਸ ਮਸਲੇ ਦੇ ਉੱਤੇ ਇਕੱਠੇ ਹੋ ਜਾਂਦੇ ਨੇ, ਹੋ ਗਏ ਨੇ, ਤਾਂ ਉਹਨਾਂ ਦੀ ਖੈਰ ਨਹੀਂ। ਇਹ ਜਾਗ ਪਏ ਨੇ ਆਪਣੇ ਹੱਕਾਂ ਲਈ, ਇਹ ਆਪਣੀ ਆਈਡੈਂਟੀਟੀ ਦੇ ਲਈ, ਆਪਣੀ ਪਛਾਣ ਦੇ ਲਈ ਜਾਗ ਪਏ ਨੇ ਤੇ ਹੁਣ ਕੁਛ ਨਾ ਕੁਛ ਕਰਨਾ ਪਏਗਾ। ਸੋ ਗੱਲ ਅੱਗੇ ਕਰਦੇ ਹਾਂ। ਇਹ ਗੱਲ ਵੀ ਆਉਣ ਵਾਲੇ ਕਿਸੇ ਐਪੀਸੋਡ 'ਚ ਆਪਾਂ ਵਿਚਾਰਾਂਗੇ। ਤਾਂ ਸਿੱਖ ਨਿਰੰਕਾਰੀ ਝਗੜੇ ਦੀ ਬੁਨਿਆਦ ਸ਼ਬਦ ਗੁਰੂ ਤੇ ਦੇਹਧਾਰੀ ਗੁਰੂ ਦਾ ਸਿਧਾਂਤ ਹੈ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਨਸ਼ੀਨ ਕਰਕੇ ਸਿੱਖਾਂ 'ਚ ਪਿਛਲੇ 9 ਗੁਰੂਆਂ ਤੋਂ ਚੱਲੀ ਆਉਂਦੀ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਹਮੇਸ਼ਾ ਵਾਸਤੇ ਖਤਮ ਕਰਤਾ ਸੀ। ਦਸਮ ਗੁਰੂ ਨੇ ਜਦੋਂ ਇਹ ਮਹਿਸੂਸ ਕੀਤਾ ਸੀ ਕਿ ਸਿੱਖਾਂ ਨੂੰ ਸ਼ਬਦ ਗੁਰੂ ਦੇ ਆਤਮਿਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲੈਣ ਦੇ ਨਾਲ-ਨਾਲ ਸਰੀਰਕ ਰੂਪ 'ਚ ਰਾਹਨੁਮਾਈ ਕਰਨ ਵਾਲੇ ਗੁਰੂ ਦੀ ਲੋੜ ਵੀ ਪੈ ਸਕਦੀ ਹੈ, ਤਾਂ ਉਹਨਾਂ ਸਿੱਖ ਸੰਗਤ ਲਈ ਪ੍ਰਤੀਨਿਧ 5 ਪਿਆਰਿਆਂ ਨੂੰ ਗੁਰੂ ਦੇ ਬਰਾਬਰ ਦਾ ਦਰਜਾ ਦਿੱਤਾ ਸੀ। ਇਸ ਤਰ੍ਹਾਂ ਅਸੀਂ ਦੇਖਦੇ ਹਾਂ। ਇਹ ਤੋਂ ਬਾਅਦ ਜਿਸ ਬੰਦੇ ਨੇ ਵੀ ਸਿੱਖੀ ਭੇਸ ਵਿੱਚ ਗੁਰੂ ਬਣਨ ਦੀ ਗੁਸਤਾਖੀ ਕੀਤੀ, ਸਿੱਖ ਪੰਥ ਨੇ ਉਸ ਨੂੰ ਅਜੇ ਤੱਕ ਮਾਫ ਨਹੀਂ ਕੀਤਾ ਕਦੇ ਵੀ। ਇਤਿਹਾਸ ਸਾਡਾ ਗਵਾਹ ਹੈ। ਸਿੱਧੇ ਰਾਹ ਪਾ ਕੇ ਛੱਡਿਆ। ਇੱਕ ਮੌਕੇ ਰਾਧਾ ਸੁਆਮੀਆਂ ਦੇ ਅਖੌਤੀ ਗੁਰੂ ਸਾਵਣ ਸਿੰਘ ਨੇ ਆਪਣੇ ਮਤ ਦੀ ਧਾਰਮਿਕ ਪੁਸਤਕ ਸਾਰ ਬਚਨ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸਥਾਪਿਤ ਕਰਨਾ ਸ਼ੁਰੂ ਕਰਤਾ ਸੀ ਸਾਵਣ ਸਿੰਘ ਨੇ। ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਇਸ ਹਰਕਤ ਦਾ ਸਿੱਖ ਪੰਥ 'ਚ ਤਿੱਖਾ ਗੁੱਸਾ ਪੈਦਾ ਹੋ ਗਿਆ, ਰੋਸ ਪੈਦਾ ਹੋ ਰਿਹਾ, ਤਾਂ ਉਸਨੇ ਛੇਤੀ ਹੀ ਇਹ ਗੱਲ ਜਿਹੜੀ ਸੀ, ਇਹ ਜਿਹੜਾ ਕੁਕਰਮ ਸੀ, ਇਹ ਕਰਨਾ ਛੱਡਤਾ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆਪਣੀ ਧਰਮ ਪੋਥੀ ਨੂੰ ਸਥਾਪਿਤ ਕਰਨਾ ਬੰਦ ਕਰਤਾ ਉਹਨੇ। ਇਸੇ ਤਰ੍ਹਾਂ ਇੱਕ ਵਾਰੀ ਨਾਮਧਾਰੀ ਗੁਰੂ ਡੰਮ ਨੇ, ਜਿਹੜਾ ਕਿ ਸਿੱਖ ਪੰਥ ਤੋਂ ਡਰਦਾ ਆਪਣੇ ਅਖੌਤੀ ਗੁਰੂਆਂ ਨੂੰ ਗੁਰੂ ਦੀ ਥਾਂ ਸਤਿਗੁਰੂ ਦਾ ਨਾਮ ਦਿੰਦਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰਾ ਪਾਠ ਦਾ ਰਿਵਾਜ ਚਾਲੂ ਕਰਨਾ ਚਾਹਿਆ ਸੀ ਉਹਨੇ। ਪਰ ਸਿੱਖ ਪੰਥ ਵੱਲੋਂ ਵਿਰੋਧ ਹੋਣ ਤੇ ਉਹ ਛੇਤੀ ਹੀ ਸਿੱਧੇ ਰਸਤੇ ਤੁਰ ਪਿਆ ਸੀ। ਨਾਮਧਾਰੀਆਂ ਨੇ ਵੀ ਕੋਸ਼ਿਸ਼ ਕੀਤੀ ਸੀ। ਸ਼ਬਦ ਗੁਰੂ ਦੇ ਨਾਲ ਮੱਥਾ ਲਾਉਣ ਲੱਗਿਆਂ ਜਿਹੜੇ 2 ਗੁਰੂ ਡੰਮ ਤਾਂ ਸੰਭਲ ਗਏ, ਨਾਮਧਾਰੀ ਵੀ ਤੇ ਸਾਵਣ ਸਿੰਘ ਵੀ, ਪਰ ਤੀਜੇ ਗੁਰੂ ਡੰਮ ਜਿਹੜਾ ਨਕਲੀ ਨਿਰੰਕਾਰੀਆਂ ਦਾ ਮੱਤ ਸੀ, ਇਹਦੀ ਮੱਤ ਤੇ ਅਜਿਹਾ ਪੜਦਾ ਪਿਆ, ਅਜਿਹਾ ਪੜਦਾ RSS ਨੇ ਪਾਇਆ, ਉਸ ਵੇਲੇ ਦੇ ਹਿੰਦੂ ਲਾਣੇ ਨੇ ਪਾਇਆ, ਹਿੰਦੂ ਪ੍ਰੈਸ ਨੇ ਪਾਇਆ, ਹਿੰਦੂ ਜਥੇਬੰਦੀਆਂ ਨੇ ਪਾਇਆ। ਅੰਦਰ ਖਾਤੇ ਹੁੰਦੀਆਂ ਨੇ ਸਕੀਮਾਂ। 100 ਸਾਲ ਤੋਂ ਸਿੱਖਾਂ ਨੂੰ ਕੁਚਲਣ ਦਾ ਇੱਕ ਨੀਤੀਕਰਮ ਚੱਲ ਰਿਹਾ, ਉਹਨੂੰ ਸਮਝਣ ਦੀ ਲੋੜ ਹੈ। ਅਜਿਹਾ ਪਰਦਾ ਪਾਇਆ ਉਹਦੇ ਤੇ ਕਿ ਉਸਨੇ ਸਿੱਖ ਗੁਰੂਆਂ ਦੀ ਬਰਾਬਰੀ, ਉਸ ਬਰਾਬਰੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿਰਾਦਰੀ ਕਰਨ ਲੱਗਿਆਂ ਇਸ ਤੋਂ ਨਿਕਲਣ ਵਾਲੇ ਗੰਭੀਰ ਕਿਸਮ ਦੇ ਸਿੱਟਿਆਂ ਦਾ ਖਿਆਲ ਵੀ ਨਹੀਂ ਰੱਖਿਆ। ਇਸ ਪਖੰਡ ਮੰਡਲੀ ਨੇ ਮਾਨਵ ਏਕਤਾ ਦਾ ਪਖੰਡ ਰਚ ਕੇ ਮਾਨਵਤਾ ਦਾ ਕਤਲ ਕਰਨਾ ਸ਼ੁਰੂ ਕਰ ਦਿੱਤਾ। 1978 ਦੀ ਖੂਨੀ ਵਿਸਾਖੀ ਦੀ ਮਿਸਾਲ ਸਾਡੇ ਸਾਰਿਆਂ ਦੇ ਸਾਹਮਣੇ ਹੈ। ਨਕਲੀ ਨਿਰੰਕਾਰੀਆਂ ਦੇ ਸਿੱਖੀ ਵਿਰੋਧੀ ਪ੍ਰਚਾਰ, ਜਿਹੜਾ ਸਿੱਖ ਨਿਰੰਕਾਰੀ ਝਗੜੇ ਦਾ ਅਸਲੀ ਆਧਾਰ ਹੈ,
ਇਹ ਇੱਕੋ ਨਹੀਂ ਕਿ 1978 ਦੇ ਵਿੱਚ ਉਹਨਾਂ ਨੇ ਵਿਸਾਖੀ ਵਾਲੇ ਦਿਨ ਗੋਲੀ ਚਲਾ ਕੇ 13 ਸਿੰਘ ਸ਼ਹੀਦ ਕਰ ਦਿੱਤੇ। ਹਿੰਦੂਆਂ ਦੇ 33 ਕਰੋੜ ਦੇਵੀ ਦੇਵਤੇ ਨੇ। ਕੋਈ ਹਿੰਦੂ ਸ਼ਿਵਲਿੰਗ ਦੀ ਪੂਜਾ ਕਰਦਾ, ਕੋਈ ਭਗਵਾਨ ਰਾਮ ਦਾ ਪੁਜਾਰੀ ਹੈ, ਕੋਈ ਕ੍ਰਿਸ਼ਨ ਦਾ ਭਗਤ ਹੈ, ਕੋਈ ਪਿੱਪਲ ਨੂੰ ਦੇਵਤਾ ਮੰਨਦਾ, ਕੋਈ ਸੱਪ ਨੂੰ ਨਾਗ ਦੇਵਤਾ ਸਮਝ ਕੇ ਦੁੱਧ ਪਿਲਾਈ ਜਾਂਦਾ ਤੇ ਕੋਈ ਬਾਂਦਰਾਂ ਨੂੰ ਹਨੂਮਾਨ ਦੀ ਸੈਨਾ ਸਮਝ ਕੇ ਭੋਗ ਲਵਾਈ ਜਾਂਦਾ। ਸਿੱਖਾਂ ਨੇ ਉਹਨਾਂ ਦੇ ਪੂਜਾ ਪਾਠ ਜਾਂ ਪ੍ਰਭੂ ਸਿਮਰਨ ਦੇ ਤਰੀਕਿਆਂ ਤੇ ਕਦੇ ਕਿੰਤੂ ਕੀਤਾ, ਕਦੇ ਕੋਈ ਸਵਾਲ ਉਠਾਇਆ। ਸਿੱਖਾਂ ਦਾ ਉਹਨਾਂ ਦੇ ਨਾਲ ਕਦੇ ਕੋਈ ਟਕਰਾਅ ਨਹੀਂ ਹੋਇਆ। ਪਰ ਨਿਰੰਕਾਰੀਆਂ ਨਾਲ ਸਿੱਖਾਂ ਦਾ ਝਗੜਾ ਇਸ ਲਈ ਹੈ ਕਿ ਉਹ ਗੁਰਬਾਣੀ ਦੀ ਵਰਤੋਂ ਕਰਦੇ ਹੋਏ ਸਿੱਖ ਗੁਰੂਆਂ ਦੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਨੇ। ਸਿੱਖ ਰਹਿਤ ਮਰਿਆਦਾ ਦਾ ਮਖੌਲ ਉਡਾਉਂਦੇ ਨੇ। ਪੰਜਾਂ ਪਿਆਰਿਆਂ ਦੀ ਥਾਂ 7 ਸਿਤਾਰੇ ਸਾਜੀ ਬੈਠੇ ਨੇ ਤੇ ਖੰਡੇ ਦੇ ਅੰਮ੍ਰਿਤ ਦੀ ਥਾਂ ਤੇ ਪੈਰਾਂ ਦਾ ਅੰਮ੍ਰਿਤ ਪਿਲਾਉਂਦੇ ਨੇ। ਤੇ ਸਿੱਖ ਕਦੇ ਵੀ ਇਹ ਗੱਲ ਬਰਦਾਸ਼ਤ ਕਿਵੇਂ ਕਰਦੇ ਕਿ ਕੋਈ ਅਨਮਤੀਆ ਉਹਨਾਂ ਦੇ ਗੁਰੂਆਂ ਦੀ ਪੱਗ ਨੂੰ ਹੱਥ ਪਾਵੇ ਤੇ ਉਹਨਾਂ ਦੇ ਇਸ਼ਟ ਦਾ ਨਿਰਾਦਰ ਕਰੇ। ਇਹ ਬਾਬੇ ਗੁਰਬਚਨੇ ਦੇ 2 ਮੋਹਰੀ ਚੇਲਿਆਂ ਅਮਰ ਸਿੰਘ ਤੇ ਲਾਭ ਸਿੰਘ ਨੇ ਇੱਕ ਪ੍ਰੈਸ ਬਿਆਨ 'ਚ ਕਿਹਾ ਸੀ ਕਿ ਸਾਡੇ ਦਾੜੀ ਕੇਸਾਂ ਤੇ ਪੱਗ ਨੂੰ ਦੇਖ ਕੇ ਕਈ ਲੋਕਾਂ ਨੂੰ ਭੁਲੇਖਾ ਲੱਗ ਜਾਂਦਾ ਕਿ ਅਸੀਂ ਸਿੱਖ ਹਾਂ। ਦਰਅਸਲ ਅਸੀਂ ਕਹਿੰਦੇ ਨਾ ਹਿੰਦੂ ਹਾਂ, ਨਾ ਮੁਸਲਮਾਨ ਤੇ ਨਾ ਹੀ ਸਿੱਖ ਹਾਂ। ਤੇ ਬਾਬੇ ਗੁਰਬਚਨੇ ਦੇ ਚੇਲੇ ਹਰਚਰਨ ਸਿੰਘ ਚੰਡੀਗੜ੍ਹ ਨੇ ਨਿਰੰਕਾਰੀ ਬਾਬੇ ਬਾਰੇ ਇੱਕ ਪੈਗੰਬਰੀ ਕਾਰਡ ਜਾਰੀ ਕੀਤਾ ਜਿਸ 'ਚ ਉਸ ਨੂੰ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਾਨਸ਼ੀਨ ਦੱਸਿਆ ਗਿਆ। ਸਿੱਖ ਇਹ ਗੱਲ ਕਿਵੇਂ ਬਰਦਾਸ਼ਤ ਕਰਦੇ ਬਈ ਕਿ ਮਿੱਟੀ ਦੀ ਬਰਾਬਰੀ ਇਲਾਹੀ ਨੂਰ ਨਾਲ ਕੀਤੀ ਜਾਵੇ। ਆਪਣੇ ਆਪ ਨੂੰ ਦਸਮ ਪਾਤਸ਼ਾਹ ਤੋਂ ਵੀ ਵੱਡਾ ਪ੍ਰਗਟ ਕਰਨ ਲਈ ਇੱਕ ਵਾਰ ਨਿਰੰਕਾਰੀ ਅਵਤਾਰ ਸਿੰਘ ਨੇ, ਨਕਲੀ ਨਿਰੰਕਾਰੀ ਕਹੋ ਉਹਨੂੰ, ਅਵਤਾਰ ਸਿੰਘ ਨੇ ਦਿੱਲੀ 'ਚ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਨੇ ਤਾਂ 5 ਪਿਆਰੇ ਬਣਾਏ ਨੇ, ਮੈਂ 7 ਸਿਤਾਰੇ ਸਾਜ ਦਿੱਤੇ ਨੇ। ਨਕਲੀ ਨਿਰੰਕਾਰੀਆਂ ਦੀ ਜਿਹੜੀ ਪੁਸਤਕ ਇੱਕ ਹੈਗੀ ਹੈ ਯੁੱਗ ਪੁਰਸ਼, ਉਹਦੇ 'ਚ ਨਿਰੰਕਾਰੀ ਮੁਖੀ ਅਵਤਾਰ ਸਿੰਘ ਨੂੰ ਸਾਰੇ ਪੀਰਾਂ ਪੈਗੰਬਰਾਂ ਅਵਤਾਰਾਂ ਔਲੀਆਂ ਤੇ ਸਿੱਖ ਸਤਿਗੁਰੂਆਂ ਤੋਂ ਉੱਚਾ ਸਾਬਤ ਕਰਨ ਲਈ ਮਨੋਕਲਪਿਤ ਤੇ ਸਰਾਸਰ ਝੂਠੀ ਕਹਾਣੀ ਛਾਪੀ ਗਈ ਹੈ। ਤੇ ਉਹਦੇ 'ਚ ਅਵਤਾਰ ਸਿੰਘ ਕਹਿੰਦਾ ਕੀ ਕਹਿੰਦਾ, ਉਹ ਕਹਾਣੀ ਮੈਂ ਪੜ੍ਹਨ ਦੀ ਗੁਸਤਾਖੀ ਕਰਦਾ ਇੱਥੇ, ਜਰਾ ਆਪਾਂ ਨੂੰ ਸਾਡੇ ਜਿਹੜੇ ਭਰਾ ਨੇ ਸੁਣ ਰਹੇ ਨੇ ਇਸ ਵੇਲੇ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ। ਉਹ ਲਿਖਦਾ ਕਿ ਮਹਾਪੁਰਸ਼ੋ ਸੰਤ ਜਨੋ, ਅਵਤਾਰ ਕਹਿੰਦਾ ਉਹ ਨਕਲੀ ਨਿਰੰਕਾਰੀ ਅਵਤਾਰ, ਉਹ ਕਹਿੰਦਾ ਮਹਾਪੁਰਸ਼ੋ ਸੰਤ ਜਨੋ, ਅੱਜ ਮੈਂ ਤੁਹਾਨੂੰ ਇੱਕ ਭੇਤ ਭਰੀ ਗੱਲ ਦੱਸਦਾ ਹਾਂ। ਨਿਰੰਕਾਰ ਪ੍ਰਭੂ ਨੇ ਪਿਛਲੇ ਯੁੱਗਾਂ 'ਚ ਹੋ ਚੁੱਕੇ ਸਾਰੇ ਪੀਰਾਂ ਤੇ ਅਵਤਾਰਾਂ ਨੂੰ ਆਪਣੇ ਕੋਲ ਬੁਲਾਇਆ ਤੇ ਉਹਨਾਂ 'ਚੋਂ ਇੱਕ ਨੂੰ ਪ੍ਰਿਥਵੀ ਤੇ ਜਾ ਕੇ ਰਾਹ ਵਿਖਾਉਣ ਦੀ ਇੱਛਾ ਪ੍ਰਗਟ ਕੀਤੀ। ਪਰ ਪ੍ਰਿਥਵੀ ਤੇ ਜਾਣ ਲਈ ਕੋਈ ਪੀਰ ਪੈਗੰਬਰ ਅਵਤਾਰ ਤੇ ਗੁਰੂ ਤਿਆਰ ਨਾ ਹੋਇਆ। ਭਗਵਾਨ ਰਾਮ, ਕ੍ਰਿਸ਼ਨ, ਹਜ਼ਰਤ ਮੁਹੰਮਦ, ਹਜ਼ਰਤ ਯਸੂ ਮਸੀਹ ਤੇ ਗੁਰੂ ਨਾਨਕ ਦੇਵ ਜੀ ਸਾਰਿਆਂ ਪੀਰਾਂ ਅਵਤਾਰਾਂ ਨੇ ਆਪਣੇ ਨਾਲ ਹੋਏ ਪਹਿਲੇ ਸਲੂਕ ਨੂੰ ਯਾਦ ਕਰਕੇ ਧਰਤੀ ਤੇ ਜਾਣ ਤੋਂ ਨਾ ਕਰਤੀ। ਤੇ ਉਸ ਵਕਤ ਮੈਂ ਵੀ ਬਾਕੀ ਵਲੀਆਂ ਅਵਤਾਰਾਂ ਤੇ ਮਹਾਪੁਰਸ਼ਾਂ ਵਾਂਗ ਸਰੀਰ ਨਾ ਹੁੰਦੇ ਹੋਏ ਵੀ ਨਿਰੰਕਾਰ 'ਚ ਮੌਜੂਦ ਸੀ। ਤੇ ਅੰਤ ਸਾਰੇ ਅਵਤਾਰਾਂ ਵੱਲੋਂ ਜ਼ੋਰ ਦਿੱਤੇ ਜਾਣ ਤੇ ਨਿਰੰਕਾਰ ਪ੍ਰਭੂ ਨੇ ਮੇਰੇ ਵੱਲ ਦ੍ਰਿਸ਼ਟੀ ਕੀਤੀ। ਪ੍ਰਭੂ ਨੇ ਮੇਰੇ ਵੱਲ ਦੇਖਦੇ ਹੋਏ ਕਿਹਾ, ਮੇਰੀ ਹਾਰਦਿਕ ਇੱਛਾ ਹੈ ਕਿ ਇਸ ਵਾਰ ਤੁਸੀਂ ਧਰਤੀ ਤੇ ਜਾ ਕੇ ਮਨੁੱਖ ਜਾਤੀ ਦਾ ਪਥ ਪ੍ਰਦਰਸ਼ਨ ਕਰੋ। ਅਵਤਾਰ ਕਹਿੰਦਾ ਕਿ ਮੈਂ ਸੀਸ ਝੁਕਾ ਕੇ ਨਮਸਕਾਰ ਕਰਦੇ ਹੋਏ ਬੇਨਤੀ ਕੀਤੀ, ਪ੍ਰਭੂ ਆਪ ਦੀ ਆਗਿਆ ਸਿਰ ਮੱਥੇ ਤੇ ਹੈ। ਪ੍ਰਭੂ ਨੇ ਕਿਹਾ, ਇਹ ਅਵਤਾਰ ਤਾਂ ਬਹੁਤ ਸਫਲਤਾ ਪਾਵੇਗਾ। ਦੁਨੀਆ ਭਰ ਦੇ ਧਰਮਾਂ, ਮਜ਼ਹਬਾਂ ਤੇ ਦੇਸ਼ਾਂ ਦੇ ਲੋਕ ਇਸ ਮਹਾਨ ਪੁਰਸ਼ ਵੱਲੋਂ ਜੀਵਨ ਮੁਕਤੀ ਪ੍ਰਾਪਤ ਕਰਨਗੇ। ਇਹ ਅਵਤਾਰ ਨੇ ਲਿਖ ਕੇ ਆਪਣੇ ਚੇਲਿਆਂ 'ਚ ਵੰਡਿਆ ਜਿਹੜੇ ਉਹਦੇ ਪੈਰਾਂ ਦੀ ਮੈਲ ਧੋ ਪੀਂਦੇ ਸੀ। ਹੋਰ ਵੀ ਬਹੁਤ ਕੁਝ ਇਹਨਾਂ ਨੇ ਲਿਖਿਆ। ਇੱਕ ਥਾਂ ਤੇ ਅਵਤਾਰ ਲਿਖਦਾ, ਕਹਿੰਦਾ ਵੀ ਸੇਵਾ ਤੇ ਅਰਦਾਸੇ ਕਰ ਕਰ ਮਨ ਦਾ ਨਿਰਮਲ ਹੋ ਸਕਿਆ। ਅੰਮ੍ਰਿਤਸਰ ਜਿਹੇ ਸਰਦਾ ਪਾਣੀ ਮੈਲ ਨਾ ਦਿਲ ਦੀ ਧੋ ਸਕਿਆ। ਤਰਨ ਤਾਰਨ ਵਿੱਚ ਲਾਲਾ ਤਾਰੀ ਭਾਵ ਸਾਗਰ ਨਾ ਤਰ ਸਕਿਆ। ਤੇ ਪੜ ਸੁਖਮਣੀ ਸੁਖ ਨਾ ਲੱਭਾ, ਜੀ ਨਾ ਮੇਰਾ ਠਰ ਸਕਿਆ। ਏਦਾਂ ਦੇ ਕੁਫਰ ਤੋਂ ਲੈਣ। ਆਖਿਰ ਜਦੋਂ ਨਿਰੰਕਾਰੀਆਂ ਨੇ ਸਿੱਖੀ ਵਿਰੋਧੀ ਪ੍ਰਚਾਰ ਕਰਨਾ ਬੰਦ ਨਾ ਕੀਤਾ ਤਾਂ ਸਿੱਖਾਂ ਦੇ ਸਬਰ ਦਾ ਪਿਆਲਾ ਭਰ ਗਿਆ। ਡੰਡੇ ਦੇ ਪੀਰ ਜਿਹੜੇ ਹੁੰਦੇ ਨੇ ਉਹ ਗੱਲਾਂ ਨਾਲ ਸਿੱਧੇ ਰਸਤੇ ਨਹੀਂ ਪੈਂਦੇ। ਇਹ ਸੱਚਾਈ ਨੂੰ ਸਾਹਮਣੇ ਰੱਖਦਿਆਂ ਸਿੱਖ ਸੰਗਤਾਂ ਨੇ ਵੀ ਉਸੇ ਭਾਸ਼ਾ 'ਚ ਗੱਲ ਕਰਨ ਦਾ ਫੈਸਲਾ ਕਰ ਲਿਆ ਜਿਸ ਨੂੰ ਨਿਰੰਕਾਰੀ ਮੰਡਲੀ ਸਮਝ ਸਕੇ। ਸਿੱਖ ਸੂਰਬੀਰਾਂ ਨੇ ਨਿਰੰਕਾਰੀ ਕੁਫਰ ਦੀ ਦੁਕਾਨ ਬੰਦ ਕਰਾਉਣ ਲਈ ਤਾਕਤ ਦਾ ਪ੍ਰਯੋਗ ਕਰਨਾ ਸ਼ੁਰੂ ਕਰਤਾ। ਸ਼ੁਰੂ 'ਚ ਇਹ ਲੜਾਈ ਛੋਟੀਆਂ-ਮੋਟੀਆਂ ਝੜਪਾਂ ਤੱਕ ਹੀ ਸੀਮਿਤ ਰਹੀ ਤੇ ਅੱਗੇ ਜਾ ਕੇ ਇਹ ਵੱਡਾ ਰੂਪ ਧਾਰਦੀ ਹੈ। 1958 'ਚ ਪਿੱਛੇ ਤੋਂ ਗੱਲ ਸ਼ੁਰੂ ਕਰਦੇ ਹਾਂ। 1958 ਦੀ ਗੱਲ ਹੈ। 1958 'ਚ ਰਾਮਬਾਗ ਅੰਮ੍ਰਿਤਸਰ 'ਚ ਸਰਦਾਰ ਬਿਸ਼ਨ ਸਿੰਘ ਘੜੀਆਂ ਵਾਲੇ ਦੀ ਕੋਠੀ 'ਚ ਅਵਤਾਰ ਨੇ ਗੁਰੂ ਘਰ ਦੀ ਨਿੰਦਿਆ ਕੀਤੀ। ਅਵਤਾਰ ਉਦੋਂ ਹੈੱਡ ਹੁੰਦਾ ਸੀ ਗੁਰਬਚਨੇ ਤੋਂ ਪਹਿਲਾਂ।
ਇਹਦੇ ਵਿਰੁੱਧ ਗਿਆਨੀ ਫੌਜਾ ਸਿੰਘ ਤੇ ਸਰਦਾਰ ਸ਼ਰਨਾਗਤ ਸਿੰਘ ਵੀਰ ਖਾਲਸਾ ਦਲ ਨੇ ਪ੍ਰੋਟੈਸਟ ਕੀਤਾ ਤੇ ਸਿੰਘਾਂ ਤੇ ਨਕਲੀ ਨਿਰੰਕਾਰੀਆਂ 'ਚ ਲੜਾਈ ਝਗੜਾ ਹੋਇਆ। ਝਗੜੇ ਦੀ ਰਿਪੋਰਟ ਪੁਲਿਸ ਥਾਣੇ ਲਿਖਵਾਈ ਗਈ, ਮੁਕੱਦਮਾ ਚੱਲਿਆ, ਅਵਤਾਰ ਦੇ ਵਾਰੰਟ ਜਾਰੀ ਹੋਏ। ਉਹ 6 ਸਾਲ ਅੰਮ੍ਰਿਤਸਰ ਨਹੀਂ ਵੜਿਆ। 1964 'ਚ ਅਵਤਾਰ ਨੇ ਜਲੰਧਰ 'ਚ ਸਿੱਖੀ ਦੇ ਖਿਲਾਫ ਬੋਲਿਆ। ਉਹਦਾ ਮੂੰਹ ਤੋੜ ਉੱਤਰ ਦੇਣ ਲਈ ਗੁਰਦੁਆਰਾ ਸਿੰਘ ਸਭਾ ਜਲੰਧਰ 'ਚ ਦੀਵਾਨ ਸਜਾਇਆ ਗਿਆ, ਜਿਸ ਨੂੰ ਗਿਆਨੀ ਪ੍ਰਤਾਪ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸੰਬੋਧਨ ਕੀਤਾ ਤੇ ਸਿੱਖ ਸੰਗਤਾਂ ਨੂੰ ਅਸਲੀ ਤੇ ਨਕਲੀ ਨਿਰੰਕਾਰੀਆਂ ਦੇ ਫਰਕ ਤੋਂ ਜਾਣੂ ਕਰਵਾਇਆ। ਨਿਰੰਕਾਰੀ ਬਾਬੇ ਗੁਰਬਚਨੇ ਦੀ ਪਤਨੀ ਕੁਲਵੰਤ ਨੇ ਪੰਚਪੌਲੀ ਨਾਗਪੁਰ 'ਚ ਗੁਰੂ ਗ੍ਰੰਥ ਸਾਹਿਬ ਬਾਰੇ ਦੁਰਬਚਨ ਬੋਲੇ। ਉਹਦੀ ਇਸ ਬੱਜਰ ਗਲਤੀ ਦੇ ਵਿਰੁੱਧ ਲਖਨਊ ਦੇ ਸਿੱਖਾਂ ਨੇ ਭਾਈ ਸੁਜਾਨ ਸਿੰਘ ਤੇ ਭਾਈ ਸੁਬੇਗ ਸਿੰਘ ਦੀ ਅਗਵਾਈ 'ਚ ਪ੍ਰੋਟੈਸਟ ਕੀਤਾ ਤੇ ਨਕਲੀ ਨਿਰੰਕਾਰੀਆਂ ਨੇ 13 ਅਪ੍ਰੈਲ 1973 ਨੂੰ ਵਿਸਾਖੀ ਵਾਲੇ ਦਿਨ ਹੀ ਹੁਸ਼ਿਆਰਪੁਰ 'ਚ ਸਿੱਖ ਧਰਮ, ਸਿੱਖ ਇਤਿਹਾਸ, ਗੁਰੂ ਸਾਹਿਬਾਨ ਤੇ ਗੁਰੂ ਧਾਮਾਂ ਵਿਰੁੱਧ ਬਹੁਤ ਹੀ ਘਟੀਆ ਕਿਸਮ ਦੇ ਸ਼ਬਦਾਂ ਦੀ ਵਰਤੋਂ ਕੀਤੀ। ਨਿਰੰਕਾਰੀ ਨਕਲੀਆਂ ਦੀ ਇਸ ਬਕਵਾਸ ਦੇ ਵਿਰੁੱਧ ਸ੍ਰੀ ਗੁਰੂ ਸਿੰਘ ਸਭਾ ਹੁਸ਼ਿਆਰਪੁਰ ਨੇ ਤਿੱਖਾ ਰੋਸ ਪ੍ਰਗਟ ਕੀਤਾ। 15 ਮਈ 1973 ਨੂੰ ਹੁਸ਼ਿਆਰਪੁਰ ਦੇ ਸਿੱਖਾਂ ਦੀ ਇੱਕ ਮੀਟਿੰਗ ਹੋਈ, ਜਿਹਦੇ 'ਚ 11 ਮੈਂਬਰੀ ਐਕਸ਼ਨ ਕਮੇਟੀ ਕਾਇਮ ਕਰਕੇ ਉਹਦੇ ਵੱਲੋਂ ਨਿਰੰਕਾਰੀਆਂ ਨੂੰ ਨੋਟਿਸ ਦਿੱਤਾ ਗਿਆ ਕਿ 19 ਮਈ ਦੀ ਸ਼ਾਮ ਦੇ 8 ਵਜੇ ਤੋਂ ਪਹਿਲਾਂ ਸਿੱਖ ਧਰਮ ਵਿਰੁੱਧ ਕੀਤੀਆਂ ਗਈਆਂ ਤਕਰੀਰਾਂ ਦੀ ਮਾਫੀ ਮੰਗੀ ਜਾਵੇ, ਨਹੀਂ ਤਾਂ ਉਹਨਾਂ ਨੂੰ ਢੁਕਵਾਂ ਜਵਾਬ ਦਿੱਤਾ ਜਾਏਗਾ। 30 ਮਈ ਦੀ ਸ਼ਾਮ ਨੂੰ 6:30 ਵਜੇ ਦੋਹਾਂ ਧਿਰਾਂ ਦੀ ਇੱਕ ਸਾਂਝੀ ਪ੍ਰੈਸ ਕਾਨਫਰੰਸ ਹੋਈ, ਜਿਹਦੇ 'ਚ ਪੱਤਰਕਾਰਾਂ ਤੋਂ ਬਿਨਾਂ ਪੁਲਿਸ ਅਫਸਰ ਵੀ ਮੌਜੂਦ ਸਨ। ਇਹਨਾਂ ਸਾਰਿਆਂ ਦੇ ਸਾਹਮਣੇ ਨਿਰੰਕਾਰੀਆਂ ਨੇ ਆਪਣੇ ਬੋਲ ਕਬੋਲ ਦੀ ਮਾਫੀ ਤਾਂ ਮੰਗੀ, ਪਰ ਅੰਦਰੋਂ ਜਿਹੜੀ ਗੱਲਬਾਤ ਸੀ ਸਰਕਾਰ ਵੱਲੋਂ ਉਹਨਾਂ ਦੀ ਹੱਲਾਸ਼ੇਰੀ ਕਰਨ ਵਾਲੀ, ਉਹ ਉੱਥੇ ਦੀ ਉੱਥੇ ਰਹੀ। ਨਕਲੀ ਨਿਰੰਕਾਰੀਆਂ ਨੇ 13 ਸਤੰਬਰ 1973 ਨੂੰ ਚੌਕ ਮਹਿਤਾ 'ਚ ਲਾਊਡ ਸਪੀਕਰ ਲਾ ਕੇ ਸਿੱਖ ਧਰਮ ਵਿਰੁੱਧ ਪ੍ਰਚਾਰ ਕੀਤਾ। 13 ਸਤੰਬਰ 1973 ਨੂੰ ਮਹਿਤਾ ਚੌਕ, ਜਿੱਥੇ ਦਮਦਮੀ ਟਕਸਾਲ ਦਾ ਹੈੱਡਕੁਆਟਰ। ਸੋ ਨਿਰੰਕਾਰੀ ਕਾਫਰਾਂ ਦੀ ਇਸ ਗੁਸਤਾਖੀ ਦੇ ਖਿਲਾਫ ਸੱਚਖੰਡ ਵਾਸੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੇ ਇਲਾਕੇ ਦੇ ਸਿੰਘਾਂ ਨੇ ਜ਼ੋਰਦਾਰ ਰੋਸ ਕੀਤਾ, ਪ੍ਰੋਟੈਸਟ ਕੀਤਾ ਤੇ ਪ੍ਰੋਟੈਸਟ ਕਰ ਰਹੇ ਸਿੰਘਾਂ ਤੇ ਨਕਲੀ ਨਿਰੰਕਾਰੀਆਂ 'ਚ ਡਟ ਕੇ ਲੜਾਈ ਹੋਈ। ਇਸ ਝਗੜੇ ਤੋਂ ਬਾਅਦ ਗੁਰਚਰਨ ਸਿੰਘ ਟੌੜਾ, ਉਸ ਵੇਲੇ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਦਾ, ਉਹਨੇ ਬਾਬੇ ਗੁਰਬਚਨੇ ਨੂੰ ਚਿੱਠੀ ਲਿਖੀ, ਜਿਹਦੇ 'ਚ ਕਿਹਾ ਗਿਆ ਕਿ ਉਹ ਸਿੱਖੀ ਵਿਰੁੱਧ ਪ੍ਰਚਾਰ ਬੰਦ ਕਰੇ। 17 ਸਤੰਬਰ 1973 ਨੂੰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੇ ਪ੍ਰਬੰਧਕਾਂ ਤੇ ਭਿੰਡਰਾਂ ਜਥੇ ਦੇ ਵਿਸ਼ੇਸ਼ ਜਿਹੜੇ ਸੀਨੀਅਰ ਮੈਂਬਰ ਸਨ, ਬਾਬਾ ਥਾਰਾ ਸਿੰਘ, ਇਹਨਾਂ ਨੇ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਨੂੰ ਇੱਕ ਦਰਖਾਸਤ ਦਿੱਤੀ, ਜਿਹਦੇ 'ਚ ਲਿਖਿਆ ਕਿ ਨਕਲੀ ਨਿਰੰਕਾਰੀ ਸਿੱਖੀ ਵਿਰੁੱਧ ਪ੍ਰਚਾਰ ਕਰ ਰਹੇ ਨੇ, ਜਿਸ ਨਾਲ ਇਲਾਕੇ ਦਾ ਅਮਨ ਭੰਗ ਹੋਣ ਦਾ ਖਤਰਾ ਹੈ, ਸੋ ਇਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਏ। ਇਹ ਕੇਸ ਅੰਮ੍ਰਿਤਸਰ 'ਚ ਸਰਦਾਰ ਤਾਰਾ ਸਿੰਘ ਘੁੰਮਣ ਮੈਜਿਸਟ੍ਰੇਟ ਦੀ ਅਦਾਲਤ 'ਚ ਚੱਲਿਆ। ਲੁਧਿਆਣੇ 'ਚ 22 ਸਤੰਬਰ 1973 ਨੂੰ ਸਿੰਘਾਂ ਤੇ ਨਿਰੰਕਾਰੀਆਂ ਦੀਆਂ ਸਿੱਖੀ ਵਿਰੋਧੀ ਕਾਰਵਾਈਆਂ ਦੇ ਵਿਰੁੱਧ ਇੱਕ ਬਹੁਤ ਵੱਡਾ ਮੁਜ਼ਾਹਰਾ ਕੀਤਾ ਗਿਆ ਤੇ ਰੋਸ ਜਲੂਸ ਵੀ ਕੱਢਿਆ ਗਿਆ। ਪੁਲਿਸ ਨੇ ਲਾਠੀ ਚਲਾਈ ਤੇ ਹੰਝੂ ਗੈਸ ਦੇ ਗੋਲੇ ਛੱਡੇ ਤੇ 800 ਸਿੰਘਾਂ ਤੇ ਸਿੰਘਣੀਆਂ ਦੀਆਂ ਗ੍ਰਿਫਤਾਰੀਆਂ ਵੀ ਕੀਤੀਆਂ। ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਜੱਸਾ ਸਿੰਘ ਹਾਲ 'ਚ ਨਿਰੰਕਾਰੀਆਂ ਦਾ ਇੱਕ ਜਲਸਾ ਹੋਇਆ, ਜਿਹਦੇ ਮੁੱਖ ਪ੍ਰਬੰਧਕ ਗਿਆਨੀ ਆਤਮਾ ਸਿੰਘ ਸਨ ਗਿਆਨੀ, ਤੇ ਜਿਸ ਵੇਲੇ ਗੁਰੂ ਨਿੰਦਕ ਨਿਰੰਕਾਰੀਆਂ ਨੇ ਇਹ ਕਿਹਾ ਕਿ ਨਾਨਕ ਫਕੀਰ ਸੀ ਤੇ ਗੋਬਿੰਦ ਸਿੰਘ ਸ਼ਿਕਾਰੀ ਸੀ, ਤਾਂ ਗਿਆਨੀ ਆਤਮਾ ਸਿੰਘ ਜੀ 'ਚ ਸੁੱਤੀ ਪਈ ਸਿੱਖੀ ਜਾਗ ਗਈ। ਉਹੀ ਮੁੱਖ ਪ੍ਰਬੰਧਕ ਸਨ ਇਹਦੇ, ਤੇ ਜਦੋਂ ਸੁੱਤੀ ਪਈ ਸਿੱਖੀ ਜਾਗੀ ਤੇ ਉਹਨਾਂ ਨੇ ਫੌਰਨ ਇਹ ਜਲਸਾ ਬੰਦ ਕਰ ਦੇਣ ਦਾ ਐਲਾਨ ਕਰਤਾ। ਇਸ ਤੋਂ ਬਾਅਦ ਨਿਰੰਕਾਰੀ ਕੁਫਰ ਤੇ ਭਿੰਡਰਾਂ ਜਥੇ ਦੇ ਦਮਦਮੀ ਮਿਸ਼ਨ ਵਿੱਚ ਟਕਰਾਅ ਵੱਧਦਾ ਹੀ ਚਲਾ ਗਿਆ ਤੇ ਥਾਂ-ਥਾਂ ਤੇ ਝੜਪਾਂ ਹੋਈਆਂ, ਜਿਨ੍ਹਾਂ 'ਚੋਂ ਗੁਰਦਾਸਪੁਰ, ਬਟਾਲਾ, ਸ਼੍ਰੀ ਹਰਗੋਬਿੰਦਪੁਰ, ਪਠਾਨਕੋਟ, ਕਾਦੀਆਂ, ਘੁਮਾਣ, ਤਰਨਤਾਰਨ, ਰੋਪੜ, ਲੁਧਿਆਣਾ ਤੇ ਹੋਰ ਕਈ ਥਾਵਾਂ ਅਜਿਹੀਆਂ ਨੇ ਜਿੱਥੇ ਇਹ ਝੜਪਾਂ ਹੋਈਆਂ। ਨਕਲੀ ਨਿਰੰਕਾਰੀਆਂ ਦੀਆਂ ਜਿਹੜੀਆਂ ਇਹ ਕਰਤੂਤਾਂ ਤੇ ਭਿੰਡਰਾਂ ਜਥੇ ਦੀ ਜਿਹੜੀ ਨਕਲੀ ਨਿਰੰਕਾਰੀ ਵਿਰੋਧੀ ਇਹ ਲਹਿਰ ਸੀ, ਬਹੁਤ ਤੇਜ਼ੀ ਨਾਲ ਅੱਗੇ ਫੈਲਦੀ ਚਲੀ ਗਈ ਤੇ ਇਸ ਨੇ ਥੋੜੇ ਜਿਹੇ ਸਮੇਂ 'ਚ ਪੂਰੇ ਪੰਜਾਬ ਨੂੰ ਆਪਣੀ ਲਪੇਟ 'ਚ ਲੈ ਲਿਆ। 13 ਅਪ੍ਰੈਲ 1978 ਦਾ ਜਿਹੜਾ ਸਾਕਾ ਹੁੰਦਾ, ਉਹ ਇਸ ਦੀ ਚਰਮ ਸੀਮਾ ਸੀ।
ਉਹ ਇਸ ਦਾ ਵਿਕਰਾਲ ਰੂਪ ਸੀ। ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਨੂੰ ਸਿੱਖ ਜਗਤ ਦੀ ਸੁਪਰੀਮ ਕੋਰਟ ਦਾ ਦਰਜਾ ਹਾਸਲ ਹੈ। ਸਿੱਖ ਪੰਥ ਦੀ ਇਸ ਸਰਵਉੱਚ ਅਦਾਲਤ ਨੂੰ ਗੁਰਮਤਿ ਦੀ ਉਲੰਘਣਾ ਕਰਨ ਵਾਲੇ ਸਿੱਖਾਂ ਨੂੰ ਤਖਤ ਸਾਹਿਬ ਤੇ ਬੁਲਾ ਕੇ ਸਜ਼ਾ ਦੇਣ ਦਾ ਅਧਿਕਾਰ ਹੈ, ਜਿਸ ਨੂੰ ਅਕਾਲ ਤਖਤ ਸਾਹਿਬ ਦੀ ਅਦਾਲਤੀ ਭਾਸ਼ਾ 'ਚ ਤਨਖਾਹ ਲਾਉਣੀ ਕਿਹਾ ਜਾਂਦਾ ਹੈ। ਤੇ ਸਿੱਖਾਂ ਦੀ ਇਹ ਸਭ ਤੋਂ ਉੱਚੀ ਅਦਾਲਤ ਵੱਲੋਂ ਸਮੇਂ-ਸਮੇਂ ਸਿੱਖ ਪੰਥ ਦੇ ਨਾਮ ਹੁਕਮਨਾਮੇ ਜਾਰੀ ਕਰਨ ਦੀ ਪਰੰਪਰਾ ਵੀ ਚੱਲੀ ਆ ਰਹੀ ਹੈ। ਅੱਜ ਦਾ ਜਿਹੜਾ ਜਥੇਦਾਰ ਆ ਗੁਰਬਚਨ ਸਿੰਘ, ਉਹਦੀ ਗੱਲ ਨਹੀਂ ਅਸੀਂ ਕਰ ਰਹੇ। ਇਹ ਬਾਦਲ ਦੀ ਪਰਚੀ ਦਾ ਜਥੇਦਾਰ ਆ, ਬਾਦਲ ਦੀ ਜੇਬ ਚੋਂ ਨਿਕਲਿਆ ਹੋਇਆ, ਇਹਦੀ ਗੱਲ ਨਹੀਂ ਕਰ ਰਹੇ। ਉਹ ਪਰੰਪਰਾ ਦੀ ਗੱਲ ਕਰ ਰਹੇ ਹਾਂ ਅਸੀਂ, ਮਹਾਨ ਪਰੰਪਰਾ ਦੀ ਗੱਲ ਕਰ ਰਹੇ ਹਾਂ, ਸ਼੍ਰੀ ਅਕਾਲ ਤਖਤ ਸਾਹਿਬ ਦੀ। ਉੱਥੋਂ ਜਾਰੀ ਹੁੰਦੇ ਹੁਕਮਨਾਮਿਆਂ ਦੀ ਗੱਲ ਕਰਦੇ ਹਾਂ। ਇਹਨਾਂ ਹੁਕਮਨਾਮਿਆਂ ਨੂੰ ਸਮੂਹ ਸਿੱਖ ਸੰਗਤ ਵੱਲੋਂ ਅਕਾਲ ਪੁਰਖ ਦਾ ਹੁਕਮ ਮਤਲਬ ਇਲਾਹੀ ਹੁਕਮ ਸਮਝ ਕੇ ਮਾਨਤਾ ਦਿੱਤੀ ਜਾਂਦੀ ਹੈ ਤੇ ਇਸ ਤੇ ਅਮਲ ਵੀ ਕੀਤਾ ਜਾਂਦਾ ਹੈ। 10 ਜੂਨ 1978 ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਮੌਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ, ਜਿਸ ਨੂੰ ਸਿੱਖ ਅਜੇ ਤੱਕ ਆਪਣੇ ਮਨ 'ਚ ਵਸਾਈ ਬੈਠੇ ਨੇ। ਸਿੰਘ ਸਾਹਿਬ ਜਥੇਦਾਰ ਸਾਧੂ ਸਿੰਘ ਭੌਰਾ ਨੇ ਭਰੇ ਦੀਵਾਨ 'ਚ ਪੜ੍ਹ ਕੇ ਸੁਣਾਇਆ ਇਹ ਹੁਕਮਨਾਮਾ। ਇਹ ਹੁਕਮਨਾਮਾ 7 ਮੈਂਬਰੀ ਕਮੇਟੀ ਵੱਲੋਂ ਤਿਆਰ ਕੀਤੇ ਗਏ ਖਰੜੇ ਦੇ ਆਧਾਰ ਤੇ ਜਾਰੀ ਕੀਤਾ ਗਿਆ ਸੀ ਤੇ ਇਸ ਨੂੰ ਦੂਜੇ ਤਖਤ ਸਾਹਿਬ ਅਤੇ ਸੰਸਾਰ ਭਰ ਦੇ ਸਿੱਖ ਗੁਰਦੁਆਰਿਆਂ 'ਚ ਇੱਕੋ ਵੇਲੇ ਸਿੱਖ ਸੰਗਤਾਂ ਨੂੰ ਪੜ੍ਹ ਕੇ ਸੁਣਾਇਆ ਗਿਆ। ਇਹ ਕੀ ਸੀ ਹੁਕਮਨਾਮਾ? ਹੁਕਮਨਾਮਾ ਇਸ ਤਰ੍ਹਾਂ ਲਿਖਿਆ ਗਿਆ ਸੀ। ਮੈਂ ਉਸ ਹੁਕਮਨਾਮੇ ਨੂੰ ਜਿਹੜਾ 10 ਜੂਨ 1978 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਸਾਧੂ ਸਿੰਘ ਭੌਰਾ ਨੇ ਪੜ੍ਹ ਕੇ ਸੁਣਾਇਆ, ਮੈਂ ਉਸ ਹੁਕਮਨਾਮੇ ਦਾ ਅੱਖਰ ਅੱਖਰ ਤੁਹਾਨੂੰ ਸੁਣਾਉਣਾ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਅਕਾਲ ਜੀ ਸਹਾਇ। ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ। ਦੇਗ ਤੇਗ ਫਤਿਹ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਸਰਬੱਤ ਖਾਲਸਾ ਸੰਸਾਰ ਭਰ ਦੇ ਮਾਈ ਭਾਈ ਦੀ ਕਲਿਆਣ ਸ਼੍ਰੀ ਗੁਰੂ ਅਕਾਲ ਪੁਰਖ ਦੇ ਹੁਕਮ ਨੂੰ ਸਵੀਕਾਰ ਕਰਨ ਵਿੱਚ ਹੈ। ਅਕਾਲ ਪੁਰਖ ਸਰਬ ਸ਼ਕਤੀਮਾਨ ਅਤੇ ਦਇਆਨਿਧੀ ਹੈ ਅਤੇ ਉਸ ਦੀ ਰਜ਼ਾ ਵਿੱਚ ਸਰਬ ਸੁਖ ਦਾਤਾ ਜਗਤ ਭਰ ਦੇ ਮਨੁੱਖ ਮਾਤਰ ਲਈ ਕਲਿਆਣਕਾਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੁਆਰਾ ਸਿੱਖ ਮਤ ਦਾ ਪ੍ਰਕਾਸ਼ ਹੋਇਆ ਹੈ ਅਤੇ ਖਾਲਸੇ ਦਾ ਬਿਰਦ ਹੈ। ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ। ਹੁਕਮਨਾਮੇ 'ਚ ਅੱਗੇ ਲਿਖਿਆ ਕਿ ਕੁਝ ਸਮੇਂ ਤੋਂ ਸਾਡੇ ਦੇਸ਼ ਵਿੱਚ ਅਖੌਤੀ ਨਿਰੰਕਾਰੀ ਦਿੱਲੀ ਦੀ ਸੰਗਿਆ ਹੇਠ ਚੱਲ ਰਹੀ ਲਹਿਰ, ਜਿਸ ਦਾ ਮੁਖੀ ਗੁਰਬਚਨ ਸਿੰਘ ਹੈ, ਉਸ ਦਾ ਨਿਸ਼ਾਨਾ ਧਰਮ ਤੇ ਸਦਾਚਾਰ ਨੂੰ ਵਿਨਾਸ਼ ਕਰਨਾ ਤਾਂ ਹੈ ਹੀ, ਪਰ ਉਹ ਸਿੱਖੀ ਤੇ ਖਾਲਸੇ ਦੇ ਸਿਧਾਂਤਾਂ, ਰਹੁ ਰੀਤਾਂ ਤੇ ਗੌਰਵ ਉੱਤੇ ਵਿਸ਼ੇਸ਼ ਕਰਕੇ ਪ੍ਰਚੰਡ ਹਮਲੇ ਕਰ ਰਿਹਾ ਹੈ, ਜਿਸ ਦੇ ਪਰਿਣਾਮ ਕਾਰਨ ਦੇਸ਼ ਵਿੱਚ ਕਈ ਥਾਵਾਂ ਉੱਤੇ ਗੰਭੀਰ ਫਸਾਦ ਹੋ ਚੁੱਕੇ ਹਨ ਅਤੇ ਪਿਛਲੀ ਵਿਸਾਖੀ 13 ਅਪ੍ਰੈਲ ਸਨ 1978 ਨੂੰ ਇਸੇ ਕਾਰਨ ਸ਼੍ਰੀ ਅੰਮ੍ਰਿਤਸਰ ਵਿੱਚ ਅਨੇਕਾਂ ਸਿੰਘ ਧਰਮ ਹੇਤ ਜ਼ਖਮੀ ਤੇ ਸ਼ਹੀਦ ਹੋਏ। ਧਰਮ ਤੇ ਸਿੱਖੀ ਦੇ ਇਹ ਸ਼ਤਰੂ ਆਪਣੇ ਆਪ ਨੂੰ ਸੰਤ ਨਿਰੰਕਾਰੀ ਕਹਾਉਂਦੇ ਹਨ ਅਤੇ ਇਹਨਾਂ ਦਾ ਆਗੂ ਗੁਰਬਚਨ ਸਿੰਘ ਈਸ਼ਵਰ ਦਾ ਅਵਤਾਰ ਹੋਣ ਦਾ ਦਾਅਵਾ ਕਰਦਾ ਹੈ। ਇਹ ਸਰੀਰਕ ਤ੍ਰਿਪਤੀਆਂ ਤੇ ਸੁੱਖਾਂ ਨੂੰ ਮਨੁੱਖਾ ਜਨਮ ਦਾ ਮੁੱਖ ਮੰਤਵ ਸਮਝਦੇ ਹਨ। ਇਹ ਧਰਮ ਦੇ ਉੱਚਤਮ ਸਿਧਾਂਤ ਸ਼ਬਦ ਗੁਰੂ ਤੋਂ ਮੁਨਕਰ ਹੋ ਕੇ ਦੇਹਧਾਰੀ ਮਨੁੱਖਾਂ ਦੀ ਪੂਜਾ ਦਾ ਪ੍ਰਚਾਰ ਕਰਦੇ ਹਨ ਅਤੇ ਸਦਾਚਾਰ ਦਾ ਵਿਰੋਧ। ਇਹ ਕਹਿ ਕੇ ਕਰਦੇ ਹਨ ਕਿ ਪਾਪ ਤੇ ਪੁੰਨ ਐਵੇਂ ਮਨੋਕਲਪਿਤ ਹਨ, ਜਿਨ੍ਹਾਂ ਦਾ ਇਹ ਪ੍ਰਚਾਰ ਸੰਸਾਰ ਭਰ ਦੇ ਧਰਮਾਂ ਅਤੇ ਸਦਾਚਾਰਕ ਵਿਧਾਨਾਂ ਵਾਸਤੇ ਇੱਕ ਮਾਰੂ ਹਮਲਾ ਹੈ। ਸਿੱਖ ਪੰਥ ਇਸ ਚੈਲੰਜ ਨੂੰ ਚੁਣੌਤੀ ਦਿੱਤੇ ਬਿਨਾਂ ਬਚ ਨਹੀਂ ਸਕਦਾ। ਸ਼੍ਰੀ ਅਕਾਲ ਤਖਤ ਸਾਹਿਬ ਦੀ ਮੋਹਰ ਅਧਿਕਾਰ ਹੇਠਾਂ ਇਹ ਹੁਕਮ ਹਰ ਸਿੱਖ ਮਾਈ ਭਾਈ ਅਤੇ ਹਰ ਇੱਕ ਪ੍ਰਾਣੀ ਮਾਤਰ ਲਈ ਹੈ। ਇਸ ਧਰਮ ਸ਼ਤਰੂ ਅਤੇ ਮਨੁੱਖ ਮਾਤਰ ਲਈ ਹਾਨੀਕਾਰਕ ਟੋਲੇ ਦਾ ਹਰ ਯੋਗ ਤਰੀਕੇ ਨਾਲ ਵਿਰੋਧ ਕੀਤਾ ਜਾਵੇ ਅਤੇ ਇਸ ਨੂੰ ਸਮਾਜ ਅਤੇ ਸੰਸਾਰ ਵਿੱਚ ਵਧਣ ਫੈਲਣ ਨਾ ਦਿੱਤਾ ਜਾਵੇ। ਜੋ ਸਿੱਖ ਇਸ ਦੰਭੀ ਤੇ ਪਖੰਡੀ ਅਖੌਤੀ ਨਿਰੰਕਾਰੀ ਸੰਸਥਾ ਦਾ ਅੰਗ ਬਣ ਚੁੱਕੇ ਹਨ, ਉਹਨਾਂ ਅਤੇ ਉਹਨਾਂ ਦੇ ਆਗੂ ਗੁਰਬਚਨ ਸਿੰਘ ਨਾਲ ਖਾਲਸਾ ਪੰਥ ਹਰ ਤਰ੍ਹਾਂ ਦਾ ਮੇਲ-ਜੋਲ ਤੇ ਸੰਸਾਰਕ ਸੰਬੰਧ ਤੇ ਰੋਟੀ ਬੇਟੀ ਦੀ ਸਾਂਝ ਬੰਦ ਕਰੇ। ਮੋਹਰ ਸ਼੍ਰੀ ਅਕਾਲ ਤਖਤ ਸਾਹਿਬ। ਇਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੈ। ਜੋ ਮੰਨੇਗਾ ਉਸ ਦਾ ਲੋਕ ਪਰਲੋਕ ਦੋਹੀਂ ਥਾਈਂ ਭਲਾ ਹੋਵੇਗਾ। ਗੁਰੂ ਕੀ ਆਗਿਆ, पूजा अकाल पुरख की, परचा शब्द का, दर्शन खालसे का। साधु सिंह जथेदार श्री अकाल तखत साहिब श्री अमृतसर, मिति 28 जेठ, सम्मत नानकशाही 509,
10 ਜੂਨ 1978। ਇਹ ਹੁਕਮਨਾਮਾ ਜਾਰੀ ਹੋਣ ਦੇ ਸੰਤ ਭਿੰਡਰਾਂ ਵਾਲਿਆਂ ਦੇ ਰੁੱਸੇ ਹੋਏ ਮਨ ਨੂੰ, ਗੁੱਸੇ 'ਚ ਆਏ ਮਨ ਨੂੰ ਕੁਝ ਸ਼ਾਂਤੀ ਦੇਣ ਦੇ ਵਿੱਚ ਸਹਾਈ ਹੋਇਆ, ਇਹ ਸੋਚ ਕੇ ਕਿ ਜੇ ਅਕਾਲੀ ਸਰਕਾਰ ਨੇ ਨਿਰੰਕਾਰੀਆਂ ਦੇ ਵਿਰੁੱਧ ਕੋਈ ਸਖਤ ਕਾਰਵਾਈ ਨਹੀਂ ਕੀਤੀ ਤਾਂ ਨਾ ਕੀਤੀ, ਪਰ ਸਿੱਖ ਧਰਮ ਦੀ ਜਿਹੜੀ ਸਭ ਤੋਂ ਉੱਚੀ ਅਦਾਲਤ ਨੇ ਤਾਂ ਆਪਣਾ ਫਰਜ਼ ਪਛਾਣ ਹੀ ਲਿਆ ਘੱਟੋ ਘੱਟ। 16 ਅਗਸਤ 1978 16 ਅਗਸਤ 1978 ਨੂੰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ 'ਚ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਬਰਸੀ ਮਨਾਈ ਗਈ ਤੇ ਬਿਲਕੁਲ ਐਸੇ ਮੌਕੇ ਤੇ ਭਿੰਡਰਾਂ ਵਾਲੇ ਜਥੇ ਦੀ ਜਿੰਨੀ ਵੀ ਸੰਗਤ ਸੀ ਉਸਨੇ ਤਾਂ ਪਹੁੰਚਣਾ ਹੀ ਸੀ, ਤਾਂ ਇਲਾਕੇ ਦੇ ਆਮ ਸਿੱਖ ਵੀ ਹਜ਼ਾਰਾਂ ਦੀ ਗਿਣਤੀ 'ਚ ਉੱਥੇ ਮੌਜੂਦ ਸਨ ਤੇ ਕੁਝ ਅਕਾਲੀ ਲੀਡਰ ਵੀ ਆਏ। ਅਕਾਲੀ ਲੀਡਰਾਂ ਦੀ ਮੌਜੂਦਗੀ 'ਚ ਇਹ ਪੰਥਕ ਇਕੱਠ 'ਚ ਇਹ ਫੈਸਲਾ ਕੀਤਾ ਗਿਆ ਕਿ 20 ਅਗਸਤ ਤੋਂ ਪੰਜਾਬ ਭਰ 'ਚ ਨਿਰੰਕਾਰੀ ਭਵਨ ਬੰਦ ਕਰਵਾ ਦਿੱਤੇ ਜਾਣਗੇ। ਪ੍ਰੋਗਰਾਮ ਦਾ ਐਲਾਨ ਵੀ ਕਰ ਦਿੱਤਾ ਗਿਆ ਕਿ 20 ਅਗਸਤ ਨੂੰ ਸੰਤ ਜਰਨੈਲ ਸਿੰਘ ਸਵੇਰੇ 10 ਵਜੇ ਮੰਜੀ ਸਾਹਿਬ ਦੀਵਾਨ ਹਾਲ 'ਚ ਦੀਵਾਨ ਸਜਾਉਣਗੇ, ਫਿਰ ਸਿੱਖ ਸੰਗਤਾਂ 'ਚ ਆਪਣੇ ਵਿਚਾਰ ਪੇਸ਼ ਕਰਨਗੇ ਤੇ ਬਾਅਦ 'ਚ ਅਰਦਾਸਾਂ ਸੋਧ ਕੇ ਜਥੇ ਦੀ ਅਗਵਾਈ ਕਰਦਿਆਂ ਨਿਰੰਕਾਰੀ ਭਵਨ ਬੰਦ ਕਰਾਉਣ ਲਈ ਚਾਲੇ ਪਾਉਣਗੇ। ਸੰਤਾਂ ਵੱਲੋਂ ਭਵਨ ਬੰਦ ਕਰਾਓ ਦੀ ਤਹਿਰੀਕ ਦਾ ਐਲਾਨ ਹੁੰਦਿਆਂ ਹੀ ਅਕਾਲੀ ਲੀਡਰਸ਼ਿਪ ਸੀ ਜਿਹੜੀ ਉਹ ਸਸ਼ੋਪੰਜ 'ਚ ਪੈ ਗਈ ਕਿ ਹੁਣ ਕੀਤਾ ਕੀ ਜਾਏ, ਮਾਨਸਿਕ ਦੁਬਿਧਾ 'ਚ ਪੈ ਗਈ। ਬਾਦਲ ਨੂੰ ਦਿਨੇ ਤਾਰੇ ਦਿਖਾਈ ਦੇਣ ਲੱਗ ਪਏ, ਰਾਤਾਂ ਦੀ ਨੀਂਦ ਹਰਾਮ ਹੋ ਗਈ। ਬਾਦਲ ਨੂੰ ਇਹ ਡਰ ਸੀ ਕਿ ਕਿਧਰੇ ਭਿੰਡਰਾਂ ਵਾਲੇ ਸੰਤਾਂ ਦੀ ਇਸ ਮੁਹਿੰਮ ਦੇ ਸਫਲ ਹੋ ਜਾਣ ਦੇ ਨਾਲ ਮੁਰਾਰਜੀ ਦੇਸਾਈ ਸਰਕਾਰ ਨਾਰਾਜ਼ ਨਾ ਹੋ ਜਾਏ ਉਹਦੇ ਨਾਲ, ਜਿਵੇਂ ਅੱਜ ਕੱਲ ਮੋਦੀ ਨਾਲ ਚੱਲ ਰਿਹਾ ਹੋ ਤੇ ਜਿਵੇਂ ਯੂਪੀਏ ਸਰਕਾਰ ਨਾਲ ਵੀ ਅੰਦਰ ਖਾਤੇ ਹੱਥ ਮਿਲਾਇਆ ਹੋਇਆ ਸੀ। ਤਾਂ ਇਸ ਲਈ ਭਵਨ ਬੰਦ ਕਰਾਓ ਅੰਦੋਲਨ ਫੇਲ ਕਰਨ ਲਈ ਸਾਰੀਆਂ ਸਕੀਮਾਂ ਬਣਾਉਣੀਆਂ ਸ਼ੁਰੂ ਹੋ ਗਈਆਂ। ਉਹਨੇ ਆਪਣੇ ਜਿੰਨੇ ਵੀ ਸਲਾਹਕਾਰ ਸੀ ਇਕੱਠੇ ਕਰ ਲਏ ਤੇ ਕੁਝ ਅਕਾਲੀ ਲੀਡਰਾਂ ਨੇ ਬਾਦਲ ਨੂੰ ਇਹ ਮਸ਼ਵਰਾ ਵੀ ਦਿੱਤਾ ਕਿ ਸੰਤ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਏ। ਹਾਲਾਂਕਿ ਬਾਦਲ ਨੇ ਇਹ ਗੱਲ ਮੰਨੀ ਨਹੀਂ, ਉਹਨੂੰ ਪਤਾ ਸੀ ਕਿ ਇਸ ਤਰ੍ਹਾਂ ਕਰਨ ਦੇ ਨਾਲ ਸਾਰੇ ਸਿੱਖ ਉਹਦੇ ਖਿਲਾਫ ਹੋ ਜਾਣਗੇ। ਜਿਹੜੇ ਨਿਰੰਕਾਰੀ ਭਵਨ ਬੰਦ ਕਰਾਉਣ ਦੀ ਮੁਹਿੰਮ ਚਾਲੂ ਕਰਨ ਲਈ ਮਿੱਥੀ ਗਈ 20 ਅਗਸਤ ਦੀ ਤਰੀਕ ਤਾਂ ਬਿਲਕੁਲ ਨਾਲ ਹੀ ਸੀ, 2-3 ਦਿਨਾਂ ਦਾ ਫਰਕ ਸੀ। ਇਸ ਲਈ ਸੰਤ ਜਰਨੈਲ ਸਿੰਘ ਨੇ ਮੁਹਿੰਮ ਨੂੰ ਸਫਲ ਬਣਾਉਣ ਲਈ ਮਾਝੇ ਦਾ ਐਮਰਜੈਂਸੀ ਦੌਰਾ ਕਰਨਾ ਸ਼ੁਰੂ ਕਰਤਾ। ਖੂਨੀ ਵਿਸਾਖੀ ਤੋਂ ਬਾਅਦ ਸੰਤ ਭਿੰਡਰਾਂ ਵਾਲਿਆਂ ਤੇ ਜਥੇਦਾਰ ਉਮਰਾ ਨੰਗਲ 'ਚ ਪਹਿਲੀ ਵਾਰ ਆਮੋ ਸਾਹਮਣਾ ਮੁਕਾਬਲਾ ਬਾਬਾ ਬਕਾਲਾ 'ਚ ਅਕਾਲੀ ਸਟੇਜ ਤੇ 17 ਅਗਸਤ 1978 ਨੂੰ ਹੋਇਆ। ਰੱਖੜ ਪੁੰਨਿਆ ਦਾ ਮੇਲਾ ਸੀ ਉਦੋਂ। ਹਰ ਸਾਲ ਅਗਸਤ ਦੇ ਮਹੀਨੇ ਰੱਖੜੀ ਤੋਂ ਇੱਕ ਦਿਨ ਬਾਅਦ ਪੂਰਨਮਾਸ਼ੀ ਦੇ ਦਿਨ ਲੱਗਦਾ ਇਹ ਮੇਲਾ, ਤੇ ਇਹਦੇ ਲਈ ਆਮ ਲੋਕਾਂ 'ਚ ਰੱਖੜ ਪੁੰਨਿਆ ਦੇ ਨਾਂ ਨਾਲ ਮੇਲਾ ਮਸ਼ਹੂਰ ਹੈ। ਬਹੁਤ ਸੰਗਤ ਪਹੁੰਚਦੀ ਹੈ ਉੱਥੇ ਤੇ ਤਕਰੀਬਨ ਮਾਝੇ ਦੇ ਹਰ ਪਿੰਡ 'ਚੋਂ ਉੱਥੇ ਸੰਗਤ ਪਹੁੰਚਦੀ ਹੈ। ਲੋਕਾਂ ਦੀ ਵੱਡੀ ਗਿਣਤੀ ਨੂੰ ਉਹਨਾਂ ਤੇ ਅਸਰ ਪਾਉਣ ਲਈ ਦੂਜੇ ਜਿਹੜੇ ਮੇਲੇ ਹੁੰਦੇ ਨੇ ਉਹਨਾਂ ਵਾਂਗ ਅਲੱਗ-ਅਲੱਗ ਸਿਆਸੀ ਤੇ ਧਾਰਮਿਕ ਸਟੇਜਾਂ ਵੀ ਉੱਥੇ ਲੱਗਦੀਆਂ ਨੇ, ਕਾਨਫਰੰਸਾਂ ਹੁੰਦੀਆਂ ਨੇ ਤੇ ਜਿਨ੍ਹਾਂ 'ਚ ਅਕਾਲੀ ਕਾਨਫਰੰਸ ਵੀ ਹੁੰਦੀ ਹੈ ਉੱਥੇ। ਤੇ ਇਸ ਕਾਨਫਰੰਸ ਦਾ ਪ੍ਰਬੰਧ ਹਰ ਸਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਜਾਂਦਾ ਤੇ ਇਸ ਵਾਰੀ 17 ਅਗਸਤ 1978 ਨੂੰ ਜਿਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆਪਣੇ ਸ਼ਸਤਰਧਾਰੀ ਸਿੰਘਾਂ ਸਮੇਤ ਅਕਾਲੀ ਸਟੇਜ ਤੇ ਆ ਕੇ ਬੈਠੇ ਤਾਂ ਅਕਾਲੀ ਲੀਡਰ ਤਾਂ ਬਿਲਕੁਲ ਹੱਕੇ ਬੱਕੇ ਰਹਿ ਗਏ। ਉਸ ਵੇਲੇ ਜਿਹੜੇ ਅਕਾਲੀ ਲੀਡਰ ਸਟੇਜ ਤੇ ਬੈਠੇ ਸਨ ਉਹਨਾਂ 'ਚ ਤਲਵੰਡੀ ਵੀ ਬੈਠਾ ਸੀ, ਉੱਥੇ ਜਗਦੇਵ ਸਿੰਘ ਤਲਵੰਡੀ, ਜੀਵਨ ਸਿੰਘ ਉਮਰਾ ਨੰਗਲ ਵੀ ਬੈਠਾ ਸੀ, ਮਾਲ ਮੰਤਰੀ ਸੀ ਉਹ ਪੰਜਾਬ ਦਾ। ਤੇ ਸੰਤ ਜਰਨੈਲ ਸਿੰਘ ਨੇ ਇਹਨਾਂ ਸੀਨੀਅਰ ਲੀਡਰਾਂ ਦੀ ਹਾਜ਼ਰੀ 'ਚ ਸਿੰਘਾਂ ਦਾ ਲਹੂ ਗਰਮਾਉਣ ਵਾਲੀ ਤਕਰੀਰ ਕਰਦਿਆਂ ਕਿਹਾ ਕਿ ਗੁਰੂ ਦੀ ਪਵਿੱਤਰ ਨਗਰੀ ਸ਼੍ਰੀ ਅੰਮ੍ਰਿਤਸਰ 'ਚ ਐਤਵਾਰ 20 ਅਗਸਤ ਨੂੰ ਨਿਰੰਕਾਰੀਆਂ ਦਾ ਸਤਸੰਗ ਨਹੀਂ ਹੋਣ ਦਿੱਤਾ ਜਾਏਗਾ। ਇਹਦੇ ਲਈ 20 ਅਗਸਤ ਸਵੇਰੇ ਮੰਜੀ ਸਾਹਿਬ ਤੋਂ ਮੈਂ ਅਰਦਾਸਾ ਸੋਧ ਕੇ ਚੱਲਾਂਗਾ। ਜੇ ਮੈਨੂੰ ਹੱਥਕੜੀਆਂ ਵੀ ਲੱਗ ਜਾਣ ਤਾਂ ਸਿੰਘ ਸ਼ਾਂਤ ਰਹਿਣ, ਮੇਰੀ ਕੋਈ ਜ਼ਮਾਨਤ ਨਾ ਦੇਵੇ, ਮੇਰੇ ਮਗਰ ਕੋਈ ਨਾ ਆਵੇ। ਸਰਕਾਰ ਨੇ ਕਾਨੂੰਨ ਦਾ ਰਸਤਾ ਅਪਣਾਇਆ ਹੈ, ਅਸੀਂ ਕੁਰਬਾਨੀ ਦਾ ਰਸਤਾ ਅਪਣਾਵਾਂਗੇ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੀ ਤਕਰੀਰ ਦੇ ਦੌਰਾਨ ਸਿੰਘਾਂ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾ ਕੇ ਮਾਹੌਲ ਨੂੰ ਇੱਕ ਵਾਰ ਹਿਲਾ ਕੇ ਰੱਖਤਾ ਤੇ ਅਕਾਲੀਆਂ ਨੂੰ ਉੱਥੇ ਸਟੇਜ ਤੇ ਬੈਠਿਆਂ ਨੂੰ ਪਿੱਛੂ ਪੈ ਗਏ। ਸਿੰਘਾਂ ਦੇ ਜੋਸ਼ ਤੇ ਜੈਕਾਰਿਆਂ ਦੀ ਗੂੰਜ ਨਾਲ ਬਾਦਲ ਸਰਕਾਰ ਦਾ ਸਿੰਘਾਸਣ ਇਸ ਤਰ੍ਹਾਂ ਡੋਲਣ ਲੱਗਾ ਜਿਵੇਂ ਚੂਲਾਂ ਢਿੱਲੀਆਂ ਹੋ ਗਈਆਂ ਉਹਦੀਆਂ ਕੁਰਸੀ ਦੀਆਂ।
ਤਾਂ ਜੀਵਨ ਸਿੰਘ ਉਮਰਾ ਨੰਗਲ ਨੇ ਇਹ ਸਮਝਿਆ ਕਿ ਇਹ ਉਹਦੇ ਇਲਾਕੇ 'ਚ ਉਸਦੀ ਚੌਧਰ ਨੂੰ ਚੈਲੰਜ ਹੈ ਇੱਕ ਤਰ੍ਹਾਂ ਦਾ, ਤੇ ਉਸਦੇ ਵਕਾਰ ਨੂੰ ਵੰਗਾਰ ਹੈ ਤੇ ਉਹਦੇ ਭਵਿੱਖ ਲਈ ਖਤਰੇ ਦਾ ਅਲਾਰਮ ਹੈ। ਇਸ ਭੁਲੇਖੇ ਨਾਲ ਡਰੇ ਹੋਏ ਉਮਰਾ ਨੰਗਲ ਦੇ ਸੱਤੀ ਕੱਪੜੀ ਅੱਗ ਲੱਗ ਗਈ। ਉਹਨੇ ਮਾਈਕ ਫੜ ਕੇ ਸੰਤ ਜਰਨੈਲ ਸਿੰਘ ਦੇ ਖਿਲਾਫ ਆਵਾ ਤਵਾ ਬੋਲਣਾ ਸ਼ੁਰੂ ਕਰਤਾ ਤੇ ਸੰਤਾਂ ਨੂੰ ਸਾਧ ਕਹਿ ਕੇ ਉਹਨੇ ਸੰਬੋਧਨ ਕੀਤਾ ਤੇ ਮੰਦੇ ਬਚਨ ਵੀ ਬੋਲੇ ਉਹਨੇ ਸਟੇਜ ਤੇ। ਇਹ ਗੱਲ ਸੁਣਦੇ ਹੀ ਪੰਡਾਲ 'ਚ ਹਲਚਲ ਮਚ ਗਈ। ਗਰਮ ਖਿਆਲ ਸਿੱਖ ਜਿਹੜੇ ਮੁੰਡੇ ਸਨ, ਨੌਜਵਾਨ ਸਨ, ਉਹ ਸਟੇਜ ਤੇ ਆ ਗਏ। ਉਹ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਨੂੰ ਧੌਣੋਂ ਫੜ ਲਿਆ ਤੇ ਚੰਗੀ ਉਹਦੀ ਛਿੱਤਰ ਪਰੇਡ ਕੀਤੀ। ਬਾਦਲ ਉੱਥੇ ਹੱਥ ਜੋੜ ਕੇ ਖੜਾ ਸੀ, ਸੰਤ ਜੀ ਬਚਾਓ, ਤੁਸੀਂ ਬਚਾ ਸਕਦੇ ਹੋ। ਇਹ ਸੁਣ ਕੇ ਸੰਤ ਜਰਨੈਲ ਸਿੰਘ ਜੀ ਉੱਠੇ ਤੇ ਉਹਨਾਂ ਨੇ ਬਹੁਤ ਮੁਸ਼ਕਲ ਨਾਲ ਸਿੰਘਾਂ ਨੂੰ ਉਮਰਾ ਨੰਗਲ ਦੇ ਗਲੋਂ ਲਾਇਆ ਤੇ ਪੰਡਾਲ 'ਚ 10-15 ਮਿੰਟ ਤੱਕ ਹਫੜਾ ਦਫੜੀ ਮੱਚੀ ਰਹੀ। ਸੰਤਾਂ ਨੇ ਸਿੱਖ ਸੰਗਤਾਂ ਨੂੰ ਵਾਰ-ਵਾਰ ਅਪੀਲ ਕਰਕੇ ਮਾਹੌਲ ਨੂੰ ਸ਼ਾਂਤ ਕੀਤਾ। ਸ਼ਾਂਤੀ ਵਰਤ ਜਾਣ ਤੋਂ ਬਾਅਦ ਸੰਤਾਂ ਨੇ ਕਿਹਾ ਕਿ ਸਾਧ ਸੰਗਤ ਜੀ, ਗੁਰੂ ਮਹਾਰਾਜ ਦੀ ਹਜ਼ੂਰੀ 'ਚ ਇਹ ਗੱਲ ਸ਼ੋਭਦੀ ਨਹੀਂ। ਸ਼ਾਂਤ ਰਹਿ ਕੇ ਜਥੇਦਾਰ ਉਮਰਾ ਨੰਗਲ ਦੇ ਵਿਚਾਰ 5 ਮਿੰਟ ਵਾਸਤੇ ਹੋਰ ਸੁਣ ਲਓ। ਭਾਵੇਂ ਕੋਈ ਕਿੰਨਾ ਵੀ ਖਿਲਾਫ ਕਿਉਂ ਨਾ ਬੋਲੇ, ਉਹਦੀ ਗੱਲ ਸੁਣਨੀ ਜ਼ਰੂਰ ਚਾਹੀਦੀ ਹੈ। ਤੇ ਸੰਗਤਾਂ 'ਚੋਂ ਵਾਰ-ਵਾਰ ਆਵਾਜ਼ਾਂ ਆਈਆਂ ਕਿ ਇਹੋ ਜਿਹੇ ਬੰਦੇ ਦੀ ਗੱਲ ਨਹੀਂ ਸੁਣਨੀ ਚਾਹੀਦੀ, ਬਿਲਕੁਲ ਵੀ ਨਹੀਂ ਸੁਣਨੀ ਚਾਹੀਦੀ। ਤਾਂ ਉਮਰਾ ਨੰਗਲ ਨੇ ਵੀ ਮਹਿਸੂਸ ਕਰ ਲਿਆ ਕਿ ਸੰਗਤ ਉਸ ਨੂੰ ਸੁਣਨ ਵਾਸਤੇ ਤਿਆਰ ਨਹੀਂ ਹੈਗੀ ਤੇ ਇਹਦੇ ਲਈ ਉਹ ਦੁਬਾਰਾ ਮਾਈਕ ਦੇ ਸਾਹਮਣੇ ਆਉਣ ਦੀ ਦਲੇਰੀ ਨਹੀਂ ਕਰ ਸਕਿਆ, ਆਇਆ ਹੀ ਨਹੀਂ ਹੈਗਾ। 20 ਅਗਸਤ 1978 ਨੂੰ ਬਿਲਕੁਲ ਜਿਵੇਂ ਪ੍ਰੋਗਰਾਮ ਤੈਅ ਕੀਤਾ ਹੋਇਆ ਸੀ, ਉਹਦੇ ਮੁਤਾਬਕ ਮੰਜੀ ਸਾਹਿਬ ਦੀਵਾਨ ਹਾਲ 'ਚ ਦੀਵਾਨ ਸਜਿਆ। ਸੰਗਤਾਂ ਨੂੰ ਸੰਬੋਧਨ ਕੀਤਾ ਸੰਤ ਜਰਨੈਲ ਸਿੰਘ ਨੇ। ਉਹਨਾਂ ਨੇ ਕਿਹਾ ਕਿ ਅਸੀਂ ਇਹ ਫੈਸਲਾ ਕੀਤਾ ਕਿ ਨਿਰੰਕਾਰੀਆਂ ਨੂੰ ਕਿਸੇ ਵੀ ਕੀਮਤ ਤੇ ਸਤਸੰਗ ਕਰਨ ਨਹੀਂ ਦੇਣਾ। ਇਹ ਜਿਹੜਾ ਸੰਤਾਂ ਦਾ ਸੰਕਲਪ ਸੀ, ਇਰਾਦਾ ਸੀ, ਸਰਕਾਰ ਭੱਜ ਗਈ ਇਹਨੂੰ ਦੇਖ ਕੇ। ਕਿਸੇ ਨੂੰ ਜਰਕਾਓ ਜਰਕਦਾ ਤਾਂ ਠੀਕ ਹੈ, ਨਹੀਂ ਤਾਂ ਫਿਰ ਆਪ ਜਰਗ ਜਾਓ। ਤਾਂ ਬਾਦਲ ਸਰਕਾਰ ਨੇ ਸਾਰੇ ਡੀਸੀਆਂ ਨੂੰ, ਜਿੰਨੇ ਵੀ ਡਿਸਟ੍ਰਿਕਟ ਹੈੱਡਕੁਆਰਟਰ ਸਨ, ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਉਸ ਦਿਨ ਨਿਰੰਕਾਰੀ ਸਤਸੰਗ ਨਾ ਹੋਣ ਦਿੱਤੇ ਜਾਣ ਤੇ ਨਿਰੰਕਾਰੀ ਭਵਨਾਂ ਨੂੰ ਜਿੰਦੇ ਮਾਰ ਦਿਓ। ਅੰਮ੍ਰਿਤਸਰ ਦਾ ਨਿਰੰਕਾਰੀ ਭਵਨ ਬੰਦ ਕਰਨ ਤੋਂ ਬਾਅਦ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਗੁਰਬਚਨ ਐਸ ਜਗਤ ਨੇ ਸੰਤ ਭਿੰਡਰਾਂ ਵਾਲਿਆਂ ਨੂੰ ਸੁਨੇਹਾ ਭੇਜਿਆ ਕਿ ਨਿਰੰਕਾਰੀ ਭਵਨ ਬੰਦ ਹੈ, ਇਸ ਲਈ ਭਵਨ ਬੰਦ ਕਰਾਉਣ ਲਈ ਤੁਸੀਂ ਨਾ ਹੀ ਆਓ। ਸੰਤ ਜੀ ਨੇ ਜਵਾਬ ਦਿੱਤਾ ਕਿ ਉਹ ਖੁਦ ਜਲੂਸ ਲੈ ਕੇ ਜਾਣਗੇ ਤੇ ਆਪ ਇਸ ਗੱਲ ਦੀ ਤਸਦੀਕ ਕਰਨਗੇ ਕਿ ਭਵਨ ਬੰਦ ਹੈ ਜਾਂ ਖੁੱਲ੍ਹਾ। ਜਲੂਸ ਦੀ ਅਗਵਾਈ ਕਰਨ ਲਈ 5 ਪਿਆਰੇ ਥਾਪ ਦਿੱਤੇ ਗਏ, ਜਿਨ੍ਹਾਂ ਦੇ ਨਾਮ, ਪਹਿਲਾ ਨਾਮ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਦੂਜਾ ਨਾਮ ਜਥੇਦਾਰ ਮੋਹਨ ਸਿੰਘ ਤੁੜ, ਤੀਜਾ ਨਾਮ ਬਾਬਾ ਬਿਕਰਮਜੀਤ ਸਿੰਘ ਜੀ, ਚੌਥਾ ਨਾਮ ਬਾਬਾ ਦਿਆ ਸਿੰਘ ਜੀ ਤੇ ਪੰਜਵਾਂ ਨਾਮ ਸੰਤ ਉੱਤਮ ਸਿੰਘ ਜੀ। ਇਹ 5 ਪਿਆਰੇ ਸਨ ਉਸ ਜਲੂਸ ਦੀ ਅਗਵਾਈ ਕਰਨ ਵਾਲੇ। ਇਸ ਤੋਂ ਬਾਅਦ ਅਰਦਾਸਾ ਸੋਧਿਆ ਗਿਆ ਤੇ ਜਲੂਸ ਨੇ ਨਿਰੰਕਾਰੀ ਭਵਨ ਵੱਲ ਚਾਲੇ ਪਾ ਦਿੱਤੇ। ਪੁਲਿਸ ਦਾ ਬਹੁਤ ਵੱਡਾ ਬੰਦੋਬਸਤ ਸੀ, ਉੱਥੇ ਪੂਰਾ ਇੰਤਜ਼ਾਮ ਕੀਤਾ ਹੋਇਆ ਸੀ ਬਾਦਲ ਨੇ। ਜਦੋਂ ਇਹ ਜਲੂਸ ਭਵਨ ਤੋਂ ਥੋੜੀ ਦੂਰ ਪਿੱਛੇ ਸੀ ਤਾਂ ਪੁਲਿਸ ਕਰਮਚਾਰੀਆਂ ਨੇ ਜਲੂਸ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਪੁਲਿਸ ਅਫਸਰਾਂ ਨੇ ਸੰਤ ਭਿੰਡਰਾਂ ਵਾਲਿਆਂ ਅੱਗੇ ਬੇਨਤੀ ਕੀਤੀ ਕਿ ਉਹ ਜਲੂਸ ਨੂੰ ਇੱਥੇ ਹੀ ਰੁਕਿਆ ਰਹਿਣ ਦੇਣ ਤੇ ਉਹ ਆਪਣੇ ਸਮੇਤ 5 ਸਿੰਘ ਯਾਨੀ 5 ਪਿਆਰੇ ਭਵਨ 'ਚ ਲਿਜਾ ਕੇ ਤਸਦੀਕ ਕਰ ਲੈਣ ਕਿ ਜਿੰਦਰੇ ਵੱਜੇ ਹੋਏ ਨੇ ਕਿ ਨਹੀਂ। ਸੰਤਾਂ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰ ਲਈ। 5 ਪਿਆਰਿਆਂ ਨੇ ਭਵਨ 'ਚ ਦਾਖਲ ਹੋ ਕੇ ਜੰਦਰਿਆਂ ਦੀ ਤਸਦੀਕ ਕੀਤੀ ਤੇ ਫਿਰ ਜਲੂਸ 'ਚ ਸ਼ਾਮਲ ਹੋ ਕੇ ਵਾਪਸੀ ਦੇ ਜਕਾਰੇ ਗਜਾ ਦਿੱਤੇ। ਕੇਵਲ ਸਿਰਫ ਅੰਮ੍ਰਿਤਸਰ 'ਚ ਹੀ ਨਹੀਂ, ਉਸ ਦਿਨ ਪੰਜਾਬ ਦੇ ਕਿਸੇ ਵੀ ਨਿਰੰਕਾਰੀ ਭਵਨ 'ਚ ਸਿੰਘਾਂ ਨੇ ਅਖੌਤੀ ਸਤਸੰਗ ਹੋਣ ਨਹੀਂ ਦਿੱਤਾ। ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਨੇ ਪੰਜਾਬ ਸਰਕਾਰ ਵੱਲੋਂ 20 ਅਗਸਤ ਨੂੰ ਨਿਰੰਕਾਰੀ ਭਵਨ ਬੰਦ ਕਰਵਾਏ ਜਾਣ ਕਾਰਨ ਪੰਜਾਬ ਦੇ ਮੁੱਖ ਮੰਤਰੀ ਬਾਦਲ ਨੂੰ ਕਾਫੀ ਝਾੜਿਆ ਤੇ ਕਿਹਾ ਕਿ ਛੇਤੀ ਤੋਂ ਛੇਤੀ ਨਿਰੰਕਾਰੀ ਭਵਨ ਖੁਲਵਾਉਣ ਦਾ ਪ੍ਰਬੰਧ ਕੀਤਾ ਜਾਵੇ। ਬਾਦਲ ਨੇ ਮਹਿਸੂਸ ਕੀਤਾ ਕਿ ਜੇ ਉਹਨੇ ਕੇਂਦਰ ਸਰਕਾਰ ਦੀ ਹੁਕਮਦੁਲੀ ਕੀਤੀ ਤਾਂ ਕੁਰਸੀ ਕਾਇਮ ਨਹੀਂ ਰਹਿ ਸਕਦੀ, ਇਸ ਲਈ ਇਹਨੂੰ ਕੁਰਸੀ ਤਾਂ ਸਦਾ ਹੀ ਪਿਆਰੀ ਰਹੀ ਹੈ। ਇਸ ਲਈ ਬਾਦਲ ਨੇ ਕੇਂਦਰੀ ਦਬਾਅ ਦੇ ਹੇਠ ਆ ਕੇ ਦੁਬਾਰਾ ਸਾਰੇ ਡੀਸੀਆਂ ਨੂੰ ਹਦਾਇਤਾਂ ਜਾਰੀ ਕਰਤੀਆਂ ਕਿ 27 ਤਰੀਕ ਨੂੰ ਪੁਲਿਸ ਬੰਦੋਬਸਤ ਦੇ ਹੇਠ ਹਰ ਹਾਲ 'ਚ ਭਵਨ ਖੁਲਵਾਏ ਜਾਣ। ਬੇਸ਼ੱਕ ਅਜਿਹਾ ਕਰਨ ਲਈ ਵੱਡੇ ਤੋਂ ਵੱਡੇ ਲੀਡਰ ਨੂੰ ਗ੍ਰਿਫਤਾਰ ਕਿਉਂ ਨਾ ਕਰਨਾ ਪਏ, ਜਾਂ ਤਾਕਤ ਦੀ ਵਰਤੋਂ ਵੀ ਕਰਨੀ ਪੈ ਸਕਦੀ ਹੈ ਤਾਂ ਕਰੋ। ਤਾਂ ਬਾਦਲ ਦਾ ਇਹ ਸੰਕੇਤ ਸੀ ਸਪਸ਼ਟ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਵੀ ਜੇ ਗ੍ਰਿਫਤਾਰ ਕਰਨਾ ਪੈਂਦਾ ਨਾ ਤਾਂ ਕਰ ਲਓ। ਇਸ ਤੋਂ ਇਲਾਵਾ ਅੰਮ੍ਰਿਤਸਰ 'ਚ ਇੱਕ ਹਿੰਦੂ ਨੇਤਾ ਹਰਬੰਸ ਲਾਲ ਖੰਨਾ, ਬਾਅਦ 'ਚ ਇਹਨੂੰ ਸੋਧਾ ਲਾਤਾ ਸੀ ਸਿੰਘਾਂ ਨੇ, ਤਾਂ ਹਰਬੰਸ ਲਾਲ ਖੰਨੇ ਨੇ ਵੀ ਇਹ ਐਲਾਨ ਕੀਤਾ ਹੋਇਆ ਸੀ ਕਿ ਉਹ 27 ਅਗਸਤ ਨੂੰ ਅੰਮ੍ਰਿਤਸਰ ਦਾ ਨਿਰੰਕਾਰੀ ਭਵਨ
ਖੁਲਵਾਉਣ ਲਈ ਜਾਣਗੇ। ਇਹ ਵੇਖੇਗਾ ਕਿ ਉਹ ਤਲਵੰਡੀ ਪ੍ਰਧਾਨ ਅਕਾਲੀ ਦਲ ਤੇ ਗੁਰਚਰਨ ਸਿੰਘ ਟੌਹੜਾ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਆਪਸ 'ਚ ਇਸ ਤੋਂ ਬਾਅਦ ਸਲਾਹ ਮਸ਼ਵਰਾ ਕੀਤਾ ਕਿ ਭਿੰਡਰਾਂ ਵਾਲੇ ਜਥੇ ਦਾ ਸਰਕਾਰ ਨਾਲ ਜਾਂ ਜਨਸੰਘੀਆਂ ਤੇ ਨਿਰੰਕਾਰੀਆਂ ਨਾਲ ਟਕਰਾਅ ਰੋਕਿਆ ਜਾਏ, ਨਹੀਂ ਤਾਂ ਵੱਡੇ ਪੱਧਰ ਤੇ ਖੂਨ ਖਰਾਬਾ ਹੋ ਸਕਦਾ ਹੈ ਤੇ ਵਿਸਾਖੀ ਕਾਂਡ ਦੁਬਾਰਾ ਦੁਹਰਾਇਆ ਜਾ ਸਕਦਾ ਹੈ। ਤਲਵੰਡੀ ਤੇ ਟੌਹੜੇ ਨੇ ਆਪਣੇ ਤੌਰ ਤੇ ਟੌਹੜੇ ਤੇ ਤਲਵੰਡੀ ਨੇ ਇਹ ਸੋਚਿਆ ਕਿ ਕਿਸੇ ਨਾ ਕਿਸੇ ਤਰੀਕੇ ਸੰਤ ਜਰਨੈਲ ਸਿੰਘ ਨੂੰ ਭਰੋਸੇ 'ਚ ਲੈ ਕੇ ਉਹਨਾਂ ਨੂੰ 27 ਅਗਸਤ ਵਾਲੇ ਦਿਨ ਅੰਮ੍ਰਿਤਸਰ ਤੋਂ ਬਾਹਰ ਭੇਜ ਦਿੱਤਾ ਜਾਏ ਤਾਂ ਇਹ ਟਕਰਾਅ ਰੋਕਿਆ ਜਾ ਸਕਦਾ ਹੈ। ਇਹ ਸੋਚ ਕੇ ਦੋਹਾਂ ਪ੍ਰਧਾਨਾਂ ਨੇ ਜਰਨੈਲ ਸਿੰਘ ਨੂੰ ਸਲਾਹ ਮਸ਼ਵਰਾ ਕਰਨ ਦੇ ਬਹਾਨੇ ਲੁਧਿਆਣੇ ਬੁਲਾ ਲਿਆ ਤੇ ਸੰਤ ਜੀ ਆਏ ਤਾਂ ਤਿੰਨਾਂ ਪੰਥਕ ਮੁਖੀਆਂ ਨੇ ਮੀਟਿੰਗ ਕੀਤੀ। ਟੌਹੜੇ ਤੇ ਤਲਵੰਡੀ ਨੇ ਰਲ ਕੇ ਸੰਤ ਜੀ ਨੂੰ ਬੇਨਤੀ ਕੀਤੀ ਕਿ ਉਹ 27 ਅਗਸਤ ਨੂੰ ਅੰਮ੍ਰਿਤਸਰ ਨਾ ਜਾਣ, ਕਿਉਂਕਿ ਉਹਨਾਂ ਦੇ ਉੱਥੇ ਜਾਣ ਨਾਲ ਹਿੰਦੂ ਸਿੱਖ ਖਿਚਾਅ ਤਣਾਅ ਵੱਧ ਸਕਦਾ ਹੈ ਤੇ ਸ਼ਹਿਰ ਦਾ ਅਮਨ ਵੀ ਖਤਰੇ 'ਚ ਪੈ ਸਕਦਾ। ਇਹਦੇ ਨਾਲ ਹੀ ਅਕਾਲੀ ਮੁਖੀਆਂ ਨੇ ਸੰਤਾਂ ਨੂੰ ਇਹ ਵੀ ਕਿਹਾ ਕਿ ਜਿੱਥੋਂ ਤੱਕ ਨਿਰੰਕਾਰੀ ਭਵਨ ਬੰਦ ਰੱਖਣ ਦਾ ਸਵਾਲ ਹੈ, ਇਹ ਜ਼ਿੰਮੇਵਾਰੀ ਉਹ ਆਪਣੇ ਸਿਰ ਲੈਂਦੇ ਨੇ ਤੇ ਯਕੀਨ ਦਿਵਾਉਂਦੇ ਨੇ ਕਿ ਕਿਸੇ ਵੀ ਹਾਲਤ 'ਚ ਉਹ ਨਿਰੰਕਾਰੀ ਭਵਨਾਂ ਦੇ ਦਰਵਾਜ਼ੇ ਨਹੀਂ ਖੁੱਲ੍ਹਣ ਦੇਣਗੇ। ਤਾਂ ਸੰਤਾਂ ਨੇ ਵੀ ਵਚਨ ਦਿੱਤਾ। ਫਿਰ ਜੇ ਟੌਹੜੇ ਤੇ ਤਲਵੰਡੀ ਨੇ ਐਡੀ ਗੱਲ ਆਖੀ, ਐਡੀ ਵੱਡੀ ਗੱਲ ਕਹੀ, ਤਾਂ ਸੰਤਾਂ ਨੂੰ ਵੀ ਵਚਨ ਦੇਣਾ ਪਿਆ ਕਿ ਉਹਨਾਂ ਦੀ ਜ਼ੁਬਾਨ ਤੇ ਯਕੀਨ ਕੀਤਾ ਉਹਨਾਂ ਨੇ ਤੇ ਠੀਕ ਹੈ ਕਿ ਉਸ ਦਿਨ ਉਹ ਅੰਮ੍ਰਿਤਸਰ ਜਾਣਗੇ ਨਹੀਂ। ਤਾਂ ਆਪਣਾ ਉਹਨਾਂ ਨੇ ਵਚਨ ਨਿਭਾਉਣ ਲਈ 27 ਅਗਸਤ 1978 ਨੂੰ ਫਤਿਹਗੜ੍ਹ ਸਾਹਿਬ ਚਲੇ ਗਏ। ਪਰ ਟੌਹੜੇ ਤੇ ਤਲਵੰਡੀ ਆਪਣਾ ਵਚਨ ਤੇ ਪੂਰਾ ਨਾ ਉਤਰ ਸਕੇ, ਨਾ ਟੌਹੜਾ ਉਤਰ ਸਕਿਆ ਨਾ ਤਲਵੰਡੀ। ਉਸ ਦਿਨ ਤਕੜੇ ਪੁਲਿਸ ਪ੍ਰਬੰਧ ਦੇ ਹੇਠ ਥਾਂ ਥਾਂ ਤੇ ਨਿਰੰਕਾਰੀ ਭਵਨ ਖੁਲਵਾਏ ਗਏ ਤੇ ਨਿਰੰਕਾਰੀ ਸਤਸੰਗ ਕਰਵਾਏ ਗਏ। ਕਈ ਥਾਂ ਤੇ ਸਿੱਖਾਂ ਨੇ ਸਰਕਾਰ ਦੀ ਇਸ ਕਾਰਵਾਈ ਦੇ ਵਿਰੁੱਧ ਰੋਸ ਮੁਜ਼ਾਹਰੇ ਵੀ ਕੀਤੇ ਤੇ ਗ੍ਰਿਫਤਾਰੀਆਂ ਵੀ ਦਿੱਤੀਆਂ। ਫਤਿਹਗੜ੍ਹ ਸਾਹਿਬ ਪਹੁੰਚਣ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਨੂੰ ਇਹ ਜਾਣਕਾਰੀ ਮਿਲੀ ਕਿ ਇਹ ਸਿਆਸੀ ਸ਼ਤਰੰਜ ਦੇ ਖਿਡਾਰੀ ਉਹਨਾਂ ਦੇ ਨਾਲ ਵੀ ਚਾਲ ਖੇਡ ਗਏ ਨੇ। ਦੂਜੇ ਦਿਨ 28 ਅਗਸਤ 1978 ਨੂੰ ਟੌਹੜੇ ਤੇ ਤਲਵੰਡੀ ਦੋਵੇਂ ਫਤਿਹਗੜ੍ਹ ਸਾਹਿਬ ਪਹੁੰਚ ਕੇ ਸੰਤ ਜੀ ਨੂੰ ਮਿਲੇ ਤੇ ਮਾਫੀ ਮੰਗਦਿਆਂ ਕਹਿਣ ਲੱਗੇ ਕਿ ਸੰਤ ਜੀ ਭਵਨ ਬੰਦ ਰਖਵਾਉਣ ਲਈ ਅਸੀਂ ਤਾਂ ਬੜਾ ਜ਼ੋਰ ਲਾਇਆ ਪਰ ਬਾਦਲ ਨਹੀਂ ਮੰਨਿਆ। ਤਾਂ ਸੰਤਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਦੇ ਨਾਲ ਧੋਖਾ ਕੀਤਾ ਗਿਆ। ਫਿਰ ਵੀ ਉਹਨਾਂ ਨੇ ਸਾਰਿਆਂ ਨੂੰ ਕੋਈ ਖਾਸ ਨਾਰਾਜ਼ਗੀ ਪ੍ਰਗਟ ਨਹੀਂ ਕੀਤੀ ਤੇ ਉਹ ਦੇਖ ਕੇ ਅਣਡਿੱਠ ਕਰ ਦਿੱਤਾ ਤੇ ਉਹਨਾਂ ਦੀ ਮਾਫੀ ਸੀ ਜਿਹੜੀ ਉਹ ਪ੍ਰਵਾਨ ਕਰ ਲਈ। ਬਾਦਲ ਸਰਕਾਰ ਨੇ ਜਦੋਂ ਇਹ ਦੇਖਿਆ ਕਿ ਐਂਟੀ ਨਿਰੰਕਾਰੀ ਅੰਦੋਲਨ ਤੇਜ਼ ਹੁੰਦਾ ਜਾ ਰਿਹਾ ਤਾਂ ਇੱਕ ਵਾਰੀ ਉਹ ਫੇਰ ਚੁੱਕਿਆ। ਬਾਦਲ ਨੇ ਕਿਹਾ ਕਿ ਨਿਰੰਕਾਰੀ ਭਵਨ ਬੰਦ ਹੀ ਰੱਖੇ ਜਾਣਗੇ ਤੇ ਨਿਰੰਕਾਰੀ ਪੁਸਤਕਾਂ ਜਿਹੜੀਆਂ ਹੈਗੀਆਂ ਨੇ ਅਵਤਾਰ ਬਾਣੀ ਤੇ ਯੁੱਗ ਪੁਰਸ਼ ਤੇ ਉਹਦੇ ਚੋਂ ਇਤਰਾਜ਼ਯੋਗ ਗੱਲਾਂ ਕਢਵਾ ਦਿੱਤੀਆਂ ਜਾਣਗੀਆਂ। ਬਾਦਲ ਵੱਲੋਂ ਜਿਹੜੇ ਦਿਵਾਏ ਗਏ ਇਸ ਭਰੋਸੇ ਤੋਂ ਬਾਅਦ 24 ਸਤੰਬਰ 1978 ਨੂੰ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ 'ਚ ਫੇਰ ਇੱਕ ਬਹੁਤ ਵੱਡਾ ਦੀਵਾਨ ਸਜਿਆ, ਜਿਸ ਨੂੰ ਫੇਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਇਲਾਵਾ ਬਾਬਾ ਕੇਹਰ ਸਿੰਘ, ਬਾਬਾ ਕਰਤਾਰ ਸਿੰਘ, ਬਾਬਾ ਸੁਜਾਨ ਸਿੰਘ ਤੇ ਸਰਦਾਰ ਸੁਜਾਨ ਸਿੰਘ MLA ਨੇ ਸੰਬੋਧਨ ਕੀਤਾ ਤੇ ਸੰਤਾਂ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਸਰਕਾਰ ਨੇ ਨਿਰੰਕਾਰੀ ਭਵਨ ਬੰਦ ਕਰਨ ਦੀ ਸਾਡੀ ਗੱਲ ਮੰਨ ਲਈ ਹੈ। ਮੈਨੂੰ ਆਸ ਹੈ ਕਿ ਨਿਰੰਕਾਰੀਆਂ ਦੀਆਂ ਪੁਸਤਕਾਂ ਅਵਤਾਰ ਬਾਣੀ ਤੇ ਯੁੱਗ ਪੁਰਸ਼ ਜ਼ਬਤ ਕਰਨ ਤੇ ਖੰਨੇ 'ਚ ਫੜੇ ਗਏ ਸਿੰਘਾਂ ਨੂੰ ਰਿਹਾ ਕਰਨ ਦੀ ਮੰਗ ਵੀ ਸਰਕਾਰ ਮੰਨ ਲਏਗੀ। ਬਾਦਲ ਸਰਕਾਰ ਸਾਡੀ ਆਪਣੀ ਬਣਾਈ ਹੋਈ ਹੈ, ਇਸ ਨੂੰ ਅਸੀਂ ਕਿਵੇਂ ਡੇਗ ਸਕਦੇ ਹਾਂ। ਅੰਮ੍ਰਿਤਸਰ 'ਚ ਨਿਰੰਕਾਰੀ ਭਵਨ ਬੰਦ ਹੋਣਾ ਤੇ ਸਤਸੰਗ ਨਾ ਹੋਣਾ, ਇਸ 'ਚ ਸਾਡੀ ਜਿੱਤ ਹੈ। ਇਹ ਰਾਜ ਭਾਗ ਆਪਣਾ ਹੈ ਤੇ ਇਸ ਨੂੰ ਕਾਇਮ ਰੱਖਣਾ ਹੈ। ਸਮੁੱਚੇ ਸਿੱਖ ਪੰਥ ਅੱਗੇ ਮੇਰੀ ਬੇਨਤੀ ਹੈ ਕਿ ਉਹ ਆਪਣੀ ਏਕਤਾ ਕਾਇਮ ਰੱਖੇ ਤੇ ਮੌਕਾ ਪ੍ਰਸਤਾਂ ਤੋਂ ਬਚੇ। ਦਰਬਾਰ ਸਾਹਿਬ ਤੋਂ ਸਾਰੇ ਸੰਸਾਰ ਨੂੰ ਆਤਮਿਕ ਰੌਸ਼ਨੀ ਮਿਲਦੀ ਹੈ। ਸਿੱਖ ਪੰਥ ਨੇ ਹਮੇਸ਼ਾ ਹੀ ਹਿੰਦੂਆਂ ਦੀਆਂ ਧਾਰਮਿਕ ਜਿਹੜੀਆਂ ਪਰੰਪਰਾ ਕਾਇਮ ਰੱਖਣ ਲਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਣਾਈ ਰੱਖਣ ਲਈ ਕੁਰਬਾਨੀਆਂ ਕੀਤੀਆਂ ਨੇ ਤੇ ਜਿਸ ਵੇਲੇ ਇਹਨਾਂ ਲੋਕਾਂ ਤੇ ਜ਼ੁਲਮ ਹੁੰਦਾ ਸੀ ਉਸ ਵੇਲੇ ਸਿੰਘਾਂ ਨੇ ਬਲੀਦਾਨ ਦੇ ਕੇ ਇਹਨਾਂ ਦੀ ਹਿਫਾਜ਼ਤ ਕੀਤੀ ਸੀ। ਅਸੀਂ ਹਰ ਧਰਮ ਦਾ ਵਧਣਾ ਫੁੱਲਣਾ ਵੇਖਣਾ ਚਾਹੁੰਦੇ ਹਾਂ, ਲੇਕਿਨ ਸਿੱਖ ਪੰਥ ਤੇ ਕੋਈ ਹਮਲਾ ਕਰੇ ਤਾਂ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਨਿਰੰਕਾਰੀ ਭਵਨ ਇੱਕ ਪਖੰਡ ਤੇ ਅਯਾਸ਼ੀ ਦਾ ਅੱਡਾ ਜਿੱਥੇ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਬਚਦੀ। ਮੇਰੀ ਸਾਰੀਆਂ ਕੌਮਾਂ ਅੱਗੇ ਅਪੀਲ ਹੈ ਕਿ ਉਹ ਇਹਨਾਂ ਨਿਰੰਕਾਰੀਆਂ ਦੇ ਪਖੰਡ ਦੇ ਵਿਰੁੱਧ ਇੱਕ ਹੋ ਜਾਣ, ਕਿਉਂਕਿ ਇਹਨਾਂ ਦੀ ਅਵਤਾਰ ਬਾਣੀ 'ਚ ਸਾਰੇ ਧਰਮਾਂ ਦੀ ਵਿਰੋਧਤਾ ਕੀਤੀ ਗਈ ਹੈ। ਤਾਂ ਸੰਤਾਂ ਨੇ ਆਪਣਾ ਭਾਸ਼ਣ ਜਾਰੀ ਕਰਦੇ ਹੋਏ ਕਿਹਾ ਕਿ ਖਾਲਸਾ ਜੀ, ਮੌਕਾ ਪ੍ਰਸਤ ਲੋਕਾਂ ਤੋਂ ਬਚੋ ਤੇ ਫੁੱਟ ਦਾ ਸ਼ਿਕਾਰ ਨਾ ਬਣੋ। ਪੰਥ 'ਚ ਏਕਤਾ ਕਾਇਮ ਰੱਖੋ। ਜਿਨ੍ਹਾਂ ਘਰਾਂ 'ਚ ਫੁੱਟ ਹੋਵੇ ਉਹ ਘਰ ਤਬਾਹ ਹੋ ਜਾਂਦੇ ਨੇ। ਤਾਂ ਇਸ ਦੀਵਾਨ ਦੀ ਸਮਾਪਤੀ ਤੋਂ ਬਾਅਦ ਜਿਹੜਾ ਮੰਜੀ ਸਾਹਿਬ ਵਿਖੇ ਹੋਇਆ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਪ੍ਰਕਾਸ਼ ਬਾਦਲ ਨੂੰ
ਮੁੱਖ ਮੰਤਰੀ ਪੰਜਾਬ ਨੂੰ ਉਸ ਵੇਲੇ ਦੇ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀਂ ਇੱਕ ਯਾਦ ਪੱਤਰ ਦਿੱਤਾ, ਮੰਗ ਪੱਤਰ ਦਿੱਤਾ, ਤੇ ਉਹ ਮੰਗ ਪੱਤਰ 'ਚ ਲਿਖਿਆ ਸੀ ਕਿ ਸਿੱਖ ਧਰਮ ਸਰਬੱਤ ਦਾ ਭਲਾ ਸੋਚਣ ਵਾਲਾ ਕੇਵਲ ਇੱਕੋ ਇੱਕ ਧਰਮ ਹੈ ਜਿਸ ਦੀ ਸਿਰਜਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੇ ਸਿਧਾਂਤ ਤੇ ਕੀਤੀ ਗਈ ਹੈ। ਪਰ ਬਦਕਿਸਮਤੀ ਦੀ ਗੱਲ ਇਹ ਹੈ ਕਿ ਕੁਝ ਮਨਮਤੀਏ ਗੁਰਸਿੱਖੀ ਦੀ ਪ੍ਰਫੁੱਲਤਾ ਨੂੰ ਨਾ ਸਹਾਰਦੇ ਹੋਏ ਈਰਖਾ ਦਾ ਸ਼ਿਕਾਰ ਹੋ ਕੇ ਦਸਾਂ ਗੁਰੂਆਂ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਮੰਦੀ ਭਾਸ਼ਾ ਵਰਤਦੇ ਨੇ। ਭਾਰਤ ਇੱਕ ਲੋਕਤੰਤਰ ਦੇਸ਼ ਹੈ। ਇਸ 'ਚ ਸਰਬ ਧਰਮਾਂ ਤੇ ਸਰਬ ਭਾਵਨਾਵਾਂ ਦੇ ਵਿਅਕਤੀਆਂ ਨੂੰ ਵਿਚਰਨ ਤੇ ਪੂਜਾ ਪ੍ਰਤਿਸ਼ਠਾ ਦੀ ਆਜ਼ਾਦੀ ਹੈ, ਪਰ ਕਿਸੇ ਮਨੁੱਖ ਨੂੰ ਇਹ ਅਧਿਕਾਰ ਹਾਸਲ ਨਹੀਂ ਕਿ ਉਹ ਦੂਸਰੇ ਧਰਮਾਂ, ਧਾਰਮਿਕ ਰਹਿਬਰਾਂ ਤੇ ਬਜ਼ੁਰਗਾਂ ਪ੍ਰਤੀ ਹੇਠੀਜਨਕ ਸ਼ਬਦ ਵਰਤੇ। ਇਸ ਨੂੰ ਰੋਕਣਾ ਸਰਕਾਰ ਦਾ ਫਰਜ਼ ਹੁੰਦਾ ਹੈ, ਪਰ ਬਦਕਿਸਮਤੀ ਨਾਲ ਅਜਿਹਾ ਕੀਤਾ ਨਹੀਂ ਗਿਆ। ਨਕਲੀ ਨਿਰੰਕਾਰੀ ਮੰਡਲ ਦਿੱਲੀ ਦੇ ਮੁਖੀ ਤੇ ਉਹਦੇ ਚੇਲਿਆਂ ਨੇ ਇਸ ਮੰਦਭਾਵਨਾ ਤੇ ਸਿੱਖੀ ਵਿਰੋਧੀ ਰੁਚੀ ਨੂੰ ਪ੍ਰਗਟ ਕੀਤਾ। 13 ਅਪ੍ਰੈਲ 1978 ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਸ਼ਾਂਤਚਿੱਤ ਗੁਰਬਾਣੀ ਤੇ ਕੀਰਤਨ ਦੇ ਰਸੀਏ 13 ਸਿੰਘਾਂ ਨੂੰ ਗੋਲੀਆਂ ਨਾਲ ਸ਼ਹੀਦ ਕਰ ਦਿੱਤਾ ਗਿਆ ਤੇ 78 ਸਿੰਘ ਜ਼ਖਮੀ ਕੀਤੇ। ਸਿੰਘਾਂ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ 10 ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਸਤਿਕਾਰ ਅਤੇ ਸ਼ਰਧਾ ਪ੍ਰਗਟ ਕਰ ਰਹੇ ਸਨ। ਇਹ ਇਕੱਠ ਸਰਕਾਰ ਪਾਸੋਂ ਪੁਰਜ਼ੋਰ ਮੰਗ ਕਰਦਾ ਹੈ ਕਿ ਅਮਨ ਤੇ ਸ਼ਾਂਤੀ ਬਹਾਲ ਰੱਖਣ ਲਈ ਅਤੇ ਗੁਰਸਿੱਖਾਂ ਦੇ ਹਿਰਦਿਆਂ ਨੂੰ ਠਾਰਨ ਲਈ ਜ਼ਰੂਰੀ ਹੈ ਕਿ ਅੰਮ੍ਰਿਤਸਰ ਦਾ ਨਕਲੀ ਨਿਰੰਕਾਰੀਆਂ ਦਾ ਭਵਨ ਅਦਾਲਤ ਦੇ ਫੈਸਲੇ ਤੱਕ ਬੰਦ ਕਰ ਦਿੱਤਾ ਜਾਵੇ। ਨਕਲੀ ਨਿਰੰਕਾਰੀਆਂ ਦੀਆਂ ਪੁਸਤਕਾਂ ਅਵਤਾਰ ਬਾਣੀ ਤੇ ਯੁੱਗ ਪੁਰਸ਼, ਜਿਨ੍ਹਾਂ 'ਚ ਸਰਬ ਧਰਮ ਨਿੰਦਿਆ ਕੀਤੀ ਗਈ ਹੈ ਅਤੇ ਸਿੱਖ ਗੁਰੂ ਸਾਹਿਬਾਨ ਤੇ ਸਿੱਖ ਸਿਧਾਂਤਾਂ ਪ੍ਰਤੀ ਨਿੰਦਣਯੋਗ ਸ਼ਬਦ ਵਰਤੇ ਗਏ ਨੇ, ਉਹ ਤੁਰੰਤ ਜ਼ਬਤ ਕੀਤੀਆਂ ਜਾਣ। ਨਕਲੀ ਨਿਰੰਕਾਰੀਆਂ ਦੇ ਕੁਸੱਤ ਸੰਗ ਨੂੰ ਬੰਦ ਕਰਾਉਣ ਦੇ ਸਬੰਧ 'ਚ ਜਿਹੜੇ ਸਿੰਘ ਤੇ ਸਿੰਘਣੀਆਂ ਗ੍ਰਿਫਤਾਰ ਹੋਏ ਨੇ, ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਤੇ ਮੁਕੱਦਮੇ ਵਾਪਸ ਲਏ ਜਾਣ। ਸਹੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ। ਸੋ ਇਹ ਮੰਗ ਪੱਤਰ ਦੀ ਇਬਾਰਤ ਮੈਂ ਪੜ੍ਹ ਕੇ ਸੁਣਾਈ ਹੈ ਸਾਰੀ ਤੁਹਾਨੂੰ। ਇਹ ਸੀ ਉਸ ਮੰਗ ਪੱਤਰ ਦੀ ਇਬਾਰਤ। ਅਕਤੂਬਰ 1978 ਦੀ ਘਟਨਾ ਹੈ, ਜਦੋਂ ਸੰਤ ਜਰਨੈਲ ਸਿੰਘ ਨੇ ਅਕਾਲੀ ਸਟੇਜ ਤੇ ਚੜ੍ਹ ਕੇ ਅਕਾਲੀ ਲੀਡਰਾਂ ਨਾਲ ਮੱਥਾ ਲਾਇਆ। 26, 27 ਤੇ 28 ਅਕਤੂਬਰ 1978 ਨੂੰ ਲੁਧਿਆਣੇ ਸ਼ਹਿਰ 'ਚ ਸ਼੍ਰੋਮਣੀ ਅਕਾਲੀ ਦਲ ਦੀ ਛਤਰ ਛਾਇਆ ਹੇਠ ਆਲ ਇੰਡੀਆ ਸ਼੍ਰੋਮਣੀ ਅਕਾਲੀ ਦਲ ਕਾਨਫਰੰਸ ਹੋਈ। ਕਾਨਫਰੰਸ ਦੇ ਸ਼ੁਰੂ ਦੇ ਦਿਹਾੜੇ 26 ਅਕਤੂਬਰ ਨੂੰ ਰਵਾਇਤੀ ਸ਼ਾਨ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਦਾ ਸ਼ਾਹਾਨਾ ਜਲੂਸ ਕੱਢਿਆ ਗਿਆ। ਜਲੂਸ 'ਚ ਸਭ ਤੋਂ ਅੱਗੇ ਕੇਸਰੀ, ਨਿਸ਼ਾਨ ਸਾਹਿਬ ਤੇ 5 ਪਿਆਰੇ ਸਨ। ਜਲੂਸ 'ਚ ਹਜ਼ਾਰਾਂ ਲੋਕ ਸ਼ਾਮਲ ਹੋਏ। ਸਾਈਕਲਾਂ ਤੇ, ਸਕੂਟਰਾਂ ਤੇ, ਜੀਪਾਂ ਤੇ, ਕਾਰਾਂ ਤੇ, ਬੱਸਾਂ ਤੇ, ਟਰੱਕਾਂ ਤੇ, ਟਰਾਲੀਆਂ ਤੇ, ਬੈਂਡ ਵਾਜਿਆਂ, ਗੱਤਕਾ ਪਾਰਟੀਆਂ, ਘੋੜਸਵਾਰਾਂ ਤੇ ਪੈਦਲ ਚੱਲਣ ਵਾਲਿਆਂ ਦਾ ਕੋਈ ਅੰਤ ਹਿਸਾਬ ਨਹੀਂ ਸੀ। ਅਕਾਲੀ ਦਲ ਦੇ ਲੀਡਰ ਬਾਦਲ, ਟੌੜਾ ਤੇ ਲੌਂਗੋਵਾਲ ਇੱਕ ਖੁੱਲੀ ਜੀਪ 'ਚ ਸਵਾਰ ਸਨ ਤੇ ਅਕਾਲੀ ਚੀਫ ਜਿਹੜਾ ਸੀ ਜਗਦੇਵ ਸਿੰਘ ਤਲਵੰਡੀ, ਉਹ ਹਾਥੀ ਤੇ ਸਵਾਰ ਸੀ। ਗੁਰਸਿੱਖਾਂ ਦੇ ਹਿਰਦਿਆਂ ਨੂੰ ਜਲੂਸ 'ਚ ਜਿਹੜੀ ਘਾਟ ਰੜਕ ਰਹੀ ਸੀ ਉਹ ਇਹ ਕਿ ਜਲੂਸ 'ਚ ਕਿਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨਜ਼ਰ ਨਹੀਂ ਸੀ ਆ ਰਹੀ। ਜਦੋਂ ਇਹ ਖਬਰ ਸੰਤ ਜਰਨੈਲ ਸਿੰਘ ਨੇ ਸੁਣੀ ਤਾਂ ਉਹਨਾਂ ਦਾ ਕਾਲਜਾ ਤੜਫ ਗਿਆ ਤੇ ਇਸ ਤੋਂ ਪਹਿਲਾਂ ਬੇਸ਼ੱਕ ਸੰਤਾਂ ਦਾ ਇਰਾਦਾ ਲੁਧਿਆਣੇ ਜਾਣ ਦਾ ਨਹੀਂ ਸੀ, ਪਰ ਇਹ ਖਬਰ ਮਿਲਣ ਤੇ ਉਹਨਾਂ ਨੇ ਸਿੱਖ ਮਿਸ਼ਨਰੀ ਹੋਣ ਦੇ ਨਾਤੇ ਆਪਣਾ ਇਹ ਫਰਜ਼ ਸਮਝਿਆ ਕਿ ਕਾਨਫਰੰਸ 'ਚ ਸ਼ਾਮਲ ਸਿੱਖਾਂ ਨੂੰ ਸਿੱਖ ਧਰਮ ਦੇ ਈਸਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਤੋਂ ਜਾਣੂ ਕਰਵਾਇਆ ਜਾਵੇ। ਸੋ ਇਹ ਫੁਰਨਾ ਫੁਰਦਿਆਂ ਹੀ ਸੰਤ ਜਰਨੈਲ ਸਿੰਘ ਜੀ ਸ਼ਸਤਰਧਾਰੀ ਸਿੰਘਾਂ ਦੇ ਜਥੇ ਦੇ ਸਮੇਤ 28 ਅਕਤੂਬਰ 1978 ਨੂੰ ਲੁਧਿਆਣੇ ਪਹੁੰਚ ਗਏ ਤੇ ਅਕਾਲੀ ਕਾਨਫਰੰਸ ਦੀ ਸਟੇਜ ਤੇ ਜਾ ਕੇ ਬੈਠ ਗਏ। ਸੰਤ ਜੀ ਆਪਣੇ ਵਲਵਲੇ ਸਿੱਖ ਸੰਗਤਾਂ ਸਾਹਮਣੇ ਪੇਸ਼ ਕਰਨਾ ਚਾਹੁੰਦੇ ਸਨ, ਪਰ ਸਟੇਜ ਸਕੱਤਰ ਵੱਲੋਂ ਬੋਲਣ ਵਾਸਤੇ ਟਾਈਮ ਨਹੀਂ ਦਿੱਤਾ ਗਿਆ ਉਹਨਾਂ ਨੂੰ। ਆਖਰ ਜਦੋਂ ਸੰਗਤਾਂ ਨੇ ਸੰਤਾਂ ਨੂੰ ਸੁਣਨ ਲਈ ਜ਼ੋਰ ਪਾਇਆ ਤਾਂ ਸਟੇਜ ਸੈਕਟਰੀ ਸੰਤ ਜੀ ਨੂੰ ਵਕਤ ਦੇਣ ਵਾਸਤੇ ਮਜਬੂਰ ਹੋ ਗਿਆ। ਸੰਤਾਂ ਨੇ ਸਟੇਜ ਤੇ ਆਪਣੇ ਵਿਰੋਧ ਦੇ ਵਿੱਚ ਬੈਠੇ ਅਕਾਲੀ ਲੀਡਰਾਂ ਦੀਆਂ ਗਲਤਫਹਿਮੀਆਂ ਦੂਰ ਕਰਨ ਲਈ ਕਿਹਾ, ਧਰਮ ਦੇ ਮਾਮਲੇ ਤੇ ਮੈਂ ਅਕਾਲੀ ਦਲ ਦੇ ਨਾਲ ਹਾਂ, ਪਰ ਇਹਦੇ ਨਾਲ ਹੀ ਸੰਤਾਂ ਨੇ ਅਕਾਲੀ ਦਲ ਦੇ ਕਿਰਦਾਰ ਤੋਂ ਪਰਦਾ ਵੀ ਹਟਾਇਆ ਤੇ ਕਿਹਾ ਕਿ ਅਕਾਲੀ ਲੀਡਰਸ਼ਿਪ ਨੇ ਨਿਰੰਕਾਰੀਆਂ ਦੇ ਮਾਮਲੇ 'ਚ ਕੁਝ ਕੀਤਾ ਨਹੀਂ। ਇਹ ਟਿੱਪਣੀ ਸੁਣਦਿਆਂ ਹੀ ਸਟੇਜ ਤੇ ਬੈਠੇ ਅਕਾਲੀ ਲੀਡਰ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ। ਅੱਗੇ ਚੱਲ ਕੇ ਜਦੋਂ ਸੰਤ ਭਿੰਡਰਾਂਵਾਲਿਆਂ ਨੇ ਇਹ ਕਿਹਾ ਕਿ ਅਕਾਲੀ ਦਲ ਦੇ ਜਲੂਸ 'ਚ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਨੂੰ ਹਾਥੀ ਤੇ ਨਹੀਂ ਸੀ ਬੈਠਣਾ ਚਾਹੀਦਾ, ਸਗੋਂ ਜਲੂਸ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਚਾਹੀਦਾ ਸੀ, ਤਾਂ ਇਹ ਸੁਣਦਿਆਂ ਸਾਰ ਸੰਤਾਂ ਦੇ ਦੋਖੀਆਂ ਨੇ ਕਾਨਫਰੰਸ 'ਚ ਰੌਲਾ ਪਾਤਾ ਤੇ ਸਟੇਜ ਪ੍ਰਬੰਧਕਾਂ ਨੇ ਸੰਤਾਂ ਨੂੰ ਬੋਲਣ ਤੋਂ ਹਟਾਤਾ। ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ
ਸੰਤ ਜੀ ਨੇ ਸੰਗਤ ਨੂੰ ਫਤਿਹ ਬੁਲਾਈ ਤੇ ਅਕਾਲੀ ਲੀਡਰਾਂ ਦੇ ਰਵੱਈਏ ਵਿਰੁੱਧ ਰੋਸ ਪ੍ਰਗਟ ਕਰਦਿਆਂ ਆਪਣੇ ਜਥੇ ਸਮੇਤ ਸਟੇਜ ਤੋਂ ਉੱਠ ਕੇ ਚਲੇ ਗਏ। ਸੰਤਾਂ ਦੇ ਚਲੇ ਜਾਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਨੇ ਸੰਤਾਂ ਦੇ ਵਿਚਾਰਾਂ ਦਾ ਖੰਡਨ ਕੀਤਾ, ਸਿਆਸੀ ਤੇ ਮਜ਼ਹਬੀ ਜਲੂਸਾਂ ਦਾ ਫਰਕ ਦੱਸਿਆ ਤੇ ਫਿਰ ਸ਼ਾਹੀ ਠਾਠ ਨਾਲ ਕਢਾਏ ਗਏ ਆਪਣੇ ਜਲੂਸ ਦੇ ਹੱਕ ਵਿੱਚ ਹੱਥ ਖੜੇ ਕਰਵਾਏ। ਤਲਵੰਡੀ ਉਸ ਚਰਚਾ ਨੂੰ ਰੋਕ ਨਾ ਸਕਿਆ ਜਿਹੜਾ ਸੰਤ ਭਿੰਡਰਾਂ ਵਾਲਿਆਂ ਵੱਲੋਂ ਪ੍ਰਗਟਾਏ ਗਏ ਵਿਚਾਰਾਂ ਦੇ ਹੱਕ ਦੇ ਵਿੱਚ ਕਾਨਫਰੰਸ ਦੇ ਪੰਡਾਲ 'ਚ ਸ਼ੁਰੂ ਹੋ ਚੁੱਕੀ ਸੀ ਕਿ ਸੰਤ ਭਿੰਡਰਾਂ ਵਾਲੇ ਜਿਹੜੀ ਗੱਲ ਮੰਚ ਦੇ ਉੱਤੋਂ ਸਟੇਜ ਦੇ ਉੱਤੋਂ ਕਹਿ ਕੇ ਗਏ ਨੇ, ਗੱਲ ਤਾਂ ਠੀਕ ਹੈ। ਸ਼ੁਰੂ ਤੋਂ ਹੀ ਜਿਸ ਵੇਲੇ ਤੋਂ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਨਕਲੀ ਨਿਰੰਕਾਰੀਆਂ ਦੇ ਵਿਰੁੱਧ ਮੋਰਚਾ ਲਾਉਣ ਦੀ ਸੋਚੀ, ਉਹਨਾਂ ਦਾ ਵਿਰੋਧ ਪ੍ਰਗਟ ਕਰਨ ਦੀ ਸੋਚੀ, ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਹੋਰਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਨੂੰ, ਸਤਿਕਾਰ ਨੂੰ ਬਰਕਰਾਰ ਰੱਖਣ ਦੇ ਲਈ ਇਹ ਸਾਰਾ ਕੁਝ ਕੀਤਾ। ਗੱਲ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸ਼ੁਰੂ ਹੁੰਦੀ ਹੈ ਤੇ ਲੁਧਿਆਣੇ ਦੀ ਤਲਵੰਡੀ ਦਾ ਜਿਹੜਾ ਜਲੂਸ ਸੀਗਾ ਉਹਦੇ ਵਿੱਚ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਵਉੱਚਤਾ ਦੀ ਗੱਲ ਸੀ। ਤੁਸੀਂ ਜਿੱਥੇ ਕਿਤੇ ਵੀ ਦੇਖ ਲਓ, ਜਿੱਥੇ ਕਿਤੇ ਵੀ ਪੜ੍ਹ ਲਓ, ਜਦੋਂ ਗੱਲ ਸ਼ੁਰੂ ਹੁੰਦੀ ਹੈ, ਜਦੋਂ ਸੰਤਾਂ ਦਾ ਆਗਮਨ ਹੁੰਦਾ ਸਿੱਖ ਲੀਡਰਸ਼ਿਪ ਦੇ ਤੌਰ ਦੇ ਉੱਤੇ, ਤਾਂ ਗੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੀ ਸ਼ੁਰੂ ਹੁੰਦੀ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਪਾਤਸ਼ਾਹ ਸਾਨੂੰ ਹੁਕਮ ਕਰਕੇ ਗਏ ਨੇ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿਸੇ ਦੇਹਧਾਰੀ ਗੁਰੂ ਦਾ ਪੱਲਾ ਫੜਾਉਣ ਦੀ ਬਜਾਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਗਏ ਨੇ ਸਾਨੂੰ, ਤਾਂ ਜਿੱਥੋਂ ਕਿਤੋਂ ਵੀ ਗੱਲ ਸ਼ੁਰੂ ਹੁੰਦੀ ਹੈ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੀ ਸ਼ੁਰੂ ਹੁੰਦੀ ਹੈ। ਸੋ ਬਾਕੀ ਦੀਆਂ ਵਿਚਾਰਾਂ ਆਪਾਂ ਕੱਲ ਕਰਾਂਗੇ ਜੀ। ਅੱਜ ਵਾਸਤੇ ਮੈਨੂੰ ਇਜਾਜ਼ਤ ਦਿਓ। ਮਰਦੇ ਮੁਜਾਹਿਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ। ਮਰਦੇ ਮੁਜਾਹਿਦ ਪ੍ਰੋਗਰਾਮ ਦਾ ਭਾਗ ਦੂਜਾ ਖਤਮ ਕਰਦੇ ਹਾਂ। Bye.